ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ। ਕਾਰਨ ਕਵਨ ਅਬੋਲ। ਰਹਾਉ ਬਹੁਤ ਜਨਮ ਬਿਸੁਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਸੁਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਹਰ ਧਰਮ ਦਾ ਮੇਨ ਧੁਰਾ ਉਸ ਪਰਿਪੂਰਨ ਪ੍ਰਮਾਤਮਾ ਦੀ ਅੱਗੇ ਅਰਦਾਸ ਹੈ। ਔਰ ਹਰ ਪ੍ਰਾਣੀ ਮਾਤਰ ਵਾਹਿਗੁਰੂ ਦੀ ਬਖਸ਼ੀ ਬੁੱਧੀ ਦੇ ਮੁਤਾਬਕ ਉਸ ਪਰਿਪੂਰਨ ਪ੍ਰਮਾਤਮਾ ਦੀ ਅੱਗੇ ਅਰਦਾਸ ਕਰਦਾ ਹੈ। ਲੇਕਿਨ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਬਾਬਾ ਰਵਿਦਾਸ ਜੀ ਦੀ ਪਾਵਨ ਰਸਨਾ ਦੇ ਦੁਆਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ। ਕਹਿੰਦੇ ਭਾਈ ਤੂੰ ਅਰਦਾਸ ਤਾਂ ਕਰਦਾ ਹੈ, ਲੇਕਿਨ ਅਰਦਾਸ ਕਰਦਿਆਂ ਆਪਣੀ ਖੁਦ ਗਰਜੀ ਨੂੰ ਪਾਸੇ ਕਰ। ਖੁਦ ਗਰਜੀ ਦਾ ਅਰਥ ਹੈ, ਇਹ ਫਾਰਸੀ ਦੇ ਲਫ਼ਜ਼ ਨੇ। ਖੁਦ ਆਪਣੇ ਵਾਸਤੇ ਗਰਜ ਲੋੜ ਲਈ ਆਪਾਂ ਕੇਵਲ ਤੇ ਕੇਵਲ ਆਪਣੀ ਲੋੜ ਵਾਸਤੇ ਅਰਦਾਸ ਕਰਦੇ ਹਾਂ। ਬਾਬਾ ਰਵਿਦਾਸ ਜੀ ਕਹਿੰਦੇ ਗੁਰਮੁਖਾ ਧਰਮ ਦੀ ਦੁਨੀਆ ਵਿੱਚ ਖੁਦਗਰਜੀ ਨਹੀਂ। ਜਦੋਂ ਅਸੀਂ ਦੁਨੀਆ ਦੇ ਧਰਮਾਂ ਦਾ ਮੁਤਾਲਿਆ ਕਰਦੇ ਹਾਂ, ਅਰਦਾਸ ਕਰਨ ਦੇ ਦੋ ਢੰਗ ਹਨ। ਸਾਡੇ ਮੁਸਲਮਾਨ ਭਰਾ ਉਹ ਵੀ ਦੋ ਢੰਗਾਂ ਨਾਲ ਅਰਦਾਸ ਕਰਦੇ, ਇੱਕ ਜਮਾਤੀ ਦੁਆ ਤੇ ਇੱਕ ਨਿੱਜੀ ਦੁਆ। ਮਾਫ ਕਰਨਾ, ਇੱਕ ਜਾਤੀ
ਦੂਜਾ ਜਮਾਤੀ। ਜਦੋਂ ਉਹ ਇਕੱਲੇ ਨਮਾਜ਼ ਪੜ੍ਹਦੇ ਨੇ ਜਾਂ ਅੱਲਾਹ ਤਾਲਾ ਦੇ ਅੱਗੇ ਦੁਆ ਕਰਦੇ, ਉਹਨੂੰ ਕਹਿੰਦੇ ਨੇ ਜਾਤੀ ਦੁਆ। ਜਦੋਂ ਜੁਮਾ ਆਉਂਦਾ ਹੈ ਜਾਂ ਹੋਰ ਈਦ ਆਦਿ ਦੇ ਪਾਵਨ ਦਿਹਾੜੇ ਆਉਂਦੇ ਨੇ, ਉਦੋਂ ਉਹ ਇਕੱਠੇ ਹੋ ਕੇ ਅਰਦਾਸ ਬੇਨਤੀ ਕਰਦੇ, ਉਹਨੂੰ ਕਹਿੰਦੇ ਜਮਾਤੀ ਦੁਆ। ਇਸੇ ਤਰ੍ਹਾਂ ਸਾਡੀ ਜੋ ਰਹਿਤ ਮਰਜ਼ਾਦਾ ਹੈ, ਉਹਦੇ 'ਚ ਇਹਨਾਂ ਦੋ ਪੱਖਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਵੀ ਇੱਕ ਨਿੱਜੀ ਅਰਦਾਸ, ਦੂਜੀ ਪੰਥਕ ਅਰਦਾਸ। ਨਿੱਜੀ ਜਿਵੇਂ ਆਪਾਂ ਆਪਣੀਆਂ ਲੋੜਾਂ ਨਹੀਂ ਤਕਰੀਬਨ ਪਤਾ ਨਹੀਂ ਦਿਨ 'ਚ ਕਿੰਨੀ ਕੁ ਵਾਰ ਅਰਦਾਸ ਕਰਦੇ ਹਾਂ, ਇਹਨੂੰ ਕਹਿੰਦੇ ਨਿੱਜੀ ਅਰਦਾਸ। ਲੇਕਿਨ ਜਿਵੇਂ ਆਪਾਂ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੋ, ਉਹਦਾ ਅਰਥ ਹੈ ਪੰਥਕ ਅਰਦਾਸ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਬਾਬਾ ਰਵਿਦਾਸ ਜੀ ਨੇ ਸਾਨੂੰ ਸੁਚੇਤ ਕੀਤਾ ਵੀ ਆਪਣੇ ਲਈ ਸਾਰੇ ਅਰਦਾਸ ਕਰਦੇ, ਪਰ ਦੂਜਿਆਂ ਲਈ ਵੀ ਕਰਿਆ ਕਰ। ਆਪਣੇ ਲਈ ਤਾਂ ਮੰਗਦਾ ਨਾ, ਲੇਕਿਨ ਦੂਜਿਆਂ ਲਈ ਵੀ ਕਰਿਆ ਕਰ। ਦੂਸਰਾ ਇਹਦੇ 'ਚ ਇਹ ਪੱਖ ਰੱਖਿਆ ਜਿਹਨੂੰ ਅੰਗਰੇਜ਼ੀ ਵਿੱਚ ਬੜਾ ਸੁੰਦਰ ਲਿਖਿਆ, ਕਹਿੰਦੇ ਹੋਪ ਸਸਟੇਨਡ ਲਾਈਫ। ਜਿੰਨਾ ਚਿਰ ਸਾਡਾ ਜੀਵਨ ਹੈ ਅਸੀਂ ਆਸ ਨਾਲ ਜਿਉਂਦੇ ਹਾਂ, ਜਿੰਨਾ ਚਿਰ ਜੀਵਨ ਹੈ ਨਾ, ਅਸੀਂ ਡਿਜੈਕਟਡ ਨਹੀਂ ਹੋਣਾ, ਨਿਰਾਸ਼ ਨਹੀਂ ਹੋਣਾ। ਜਿਵੇਂ ਬਾਣੀ ਚਾਹੁੰਦਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੀ ਪੁਕਾਰ। ਗੁਰਮੁਖਾ ਆਵਾਜ਼ ਮਾਰੀ ਚੱਲ, ਕਦੇ ਨਾ ਕਦੇ ਤੇਰੀ ਅਰਦਾਸ ਉਸ ਪ੍ਰਮਾਤਮਾ ਦੀ ਦਰ ਤੇ ਪ੍ਰਵਾਨ ਹੋ ਜਾਏਗੀ। ਤੀਜੀ ਗੱਲ, ਇਹ ਮੇਰੇ ਵਾਹਿਗੁਰੂ, ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਤੇਰੇ ਨਾਲ ਟੁੱਟਾ ਹੈ ਤੇ ਇਹ ਮਨੁੱਖਾ ਜਨਮ ਮੈਨੂੰ ਮਿਲਿਆ, ਮੇਰੇ ਤੇ ਰਹਿਮਤ ਕਰ। ਇਹ ਮਨੁੱਖਾ ਜਨਮ ਲੇਖੇ 'ਚ ਪੈ ਜੇ ਤੇ ਮੈਨੂੰ ਆਪਣੇ ਵਿੱਚ ਅਭੇਦ ਕਰ। ਇਹ ਇਹਦੇ ਸੂਖਮ ਭਾਵ ਨੇ। ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਵਿਚਾਰ ਕਰੀਏ, ਸਾਰੇ ਸਹਿਯੋਗ ਦਿਓ, ਸਾਡਾ ਸਰੀਰ ਪਵਿੱਤਰ ਹੋ ਜਾਏ, ਮਨ ਪਵਿੱਤਰ ਹੋ ਜਾਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਆਮ ਕਾਮਨ ਅਰਥ ਜਿਹੜੇ ਮੁੱਖ ਅਰਥ ਨੇ ਉਹ ਇਹ ਨੇ ਕਿ ਧਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਇਹ ਸਾਨੂੰ ਸਿੱਖਿਆ ਦੇ ਰਹੇ ਨੇ, ਇਹ ਕਥਨ ਕਰ ਰਹੇ ਹਨ। ਇਹਨੂੰ ਕਹਿੰਦੇ ਮੁੱਖ ਅਰਥ। ਲੇਕਿਨ ਜਿਹੜੇ ਵਿਦਵਾਨ ਭਰਾ ਨੇ ਉਹਨਾਂ ਨੇ ਇੱਕ ਇੱਕ ਕਰਦੇ 48 ਵਾਲੀ ਅਰਥ ਕੀਤੇ ਨੇ। ਸੰਤ ਬਾਬਾ ਕਿਰਪਾਲ ਸਿੰਘ ਸੱਤੋ ਵਾਲੀ ਗੜੀ ਬਾਣਿਆਂ ਦੇ ਟੀਕਾ ਮੈਂ ਪੜ੍ਹਿਆ, ਉਹਨਾਂ ਨੇ ਇੱਕ ਇੱਕ ਪੰਕਤੀ ਦੇ 48 ਅਰਥ ਕੀਤੇ ਹਨ, ਇੱਕ ਪੰਕਤੀ ਦੇ, ਇੱਕ ਹੀ ਸ਼ਬਦ ਦੇ। ਇਸੇ ਤਰ੍ਹਾਂ ਇਹਦਾ ਗਾਉਣ ਅਰਥ ਇਹ ਕਰਦੇ ਵਿਦਵਾਨ ਕਰਦੇ ਨੇ। ਰਬ ਦਾ ਅਰਥ ਹੈ ਸੂਰਜ, ਦਾਸ ਦਾ ਅਰਥ ਹੈ ਦਾਸਾ ਭਾਵ ਨਿਮਾਣਾ ਹੋਣਾ। ਜਦੋਂ ਤੂੰ ਨਿਮਾਣਾ ਬਣ ਜਾਏਗਾ, ਸੂਰਜ ਚਾਨਣ ਦਾ ਪ੍ਰਤੀਕ ਹੈ। ਜਦੋਂ ਤੂੰ ਨਿਮਾਣਾ ਬਣ ਕੇ ਅਰਦਾਸ ਕਰੇਗਾ ਨਾ, ਉਹ ਪਰਿਪੂਰਨ ਪ੍ਰਮਾਤਮਾ ਤੇਰੇ ਅੰਗ ਅੰਦਰ ਚਾਨਣ ਕਰ ਦੇਗਾ। ਗਾਉਣ ਅਰਥ ਤੇ ਮੁੱਖ ਅਰਥ ਇਹਦਾ ਇਹੋ ਹੈ ਕਿ ਇਹ ਪਾਵਨ ਪਵਿੱਤਰ ਸ਼ਬਦ ਬਾਬਾ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਧਨਾਸਰੀ ਰਾਗ ਵਿੱਚ ਉਚਾਰਿਆ ਹੋਇਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਰੂਪੀ ਬ੍ਰਹਮ, ਇੱਕ ਦਾ ਅਰਥ ਓੰਗ ਸਾਰਿਆਂ ਦਾ ਪ੍ਰਕਾਸ਼,
ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਹਮ ਦਾ ਭਾਵ ਹੁੰਦਾ ਅਸੀਂ, ਪੰਜਾਬੀ ਚ, ਅੰਗਰੇਜ਼ੀ ਚ ਕਹਿੰਦੇ ਨੇ ਵੋਈ। ਆਮ ਕਰਕੇ ਆਪਾਂ ਕਹਿੰਦੇ ਮੇਰੇ ਨਾਲ ਤਾਂ ਗਰੀਬ ਕੋਈ ਨਹੀਂ। ਇੱਥੇ ਇਹ ਹੈ ਮਹਾਰਾਜ ਸਾਡੇ ਵਰਗਾ ਗਰੀਬ ਕੋਈ ਨਹੀਂ। ਸਰ ਦਾ ਭਾਵ ਹੈ ਵਰਗਾ, ਸਦਰਸ਼। ਹੇ ਵਾਹਿਗੁਰੂ, ਮੇਰੇ ਵਰਗਾ ਗਰੀਬ ਕੋਈ ਨਹੀਂ, ਨਿਮਾਣਾ ਕੋਈ ਨਹੀਂ, ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਦਇਆਲ ਤੂੰ, ਦਇਆ ਦਾ ਕਾਰਨ, ਸੰਸਰ ਤੂੰ ਭਾਵ ਬਰਾਬਰ ਵਰਗਾ। ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਮੇਰੇ ਵਰਗਾ ਗਰੀਬ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ। ਇੱਕ ਵਿਸ਼ੇਸ਼ ਤੌਰ ਤੇ ਮੇਰੇ ਤੇ ਮਿਹਰ ਕਰੀ, ਮੇਰਾ ਪਤਰਾਵਾ ਨਾ ਲਈ। ਮੈਨੂੰ ਮਾਫੀ ਦਿਆ ਜੇ, ਆਪਾਂ ਤਕਰੀਬਨ ਪੈਰ ਪੈਰ ਤੇ ਗੁਰੂ ਪਰਮੇਸ਼ਰ ਦਾ ਪਤਰਾਵਾ ਲੈਂਦੇ ਆ। ਸ਼ਾਇਦ 20 ਸਾਲ ਹੋ ਗਏ ਹੁਣ। ਮੈਂ ਕਿਸੇ ਪਿੰਡ ਵਿੱਚ ਕਥਾ ਕਰਨ ਗਿਆ ਤੇ ਮੈਨੂੰ ਲੈ ਕੇ ਗਿਆ ਬੜਾ ਅਮੀਰ ਆਦਮੀ ਗੱਡੀ 'ਚ, ਮੂੰਹ ਸਿਰ ਉਹਦਾ ਬਿਲਕੁਲ ਚਟਮ, ਤੇ ਗੱਲਾਂ ਬੜੀਆਂ ਗਿਆਨ ਦੀਆਂ ਕਰੇ। ਉਹਦੀ ਭਾਸ਼ਾ ਤੋਂ ਮੈਂ ਰਹਿ ਨਾ ਸਕਿਆ। ਮੈਂ ਕਿਹਾ ਵੀ ਗੁਰਮੁਖਾ, ਤੂੰ ਗੱਲਾਂ ਬੜੀਆਂ ਮਾਰ ਕੇ ਦੀਆਂ ਕਰਦਾ ਤੇ ਮੂੰਹ ਸਿਰ ਤੇਰਾ ਬਿਲਕੁਲ ਹੈ ਹੀ ਨਹੀਂ। ਸਿਰ ਤੇ ਤੇਰੇ ਤੇ ਦਸਤਾਰ ਨਹੀਂ, ਮੂੰਹ ਦੇ ਤੇਰੇ ਦਾੜਾ ਨਹੀਂ ਕੱਟਿਆ, ਮੁੱਢੋਂ ਵੱਢਿਆ। ਉਹਦੀ ਸ਼ਬਦਾਵਲੀ ਮੈਂ ਨਹੀਂ ਜੇ ਕਹਿੰਦਾ। ਕਹਿੰਦਾ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ। ਇਹ ਮੇਰੀ ਆਪਣੀ ਹੱਡਬੀਤੀ ਹੈ। ਸ਼ਾਇਦ 20 ਸਾਲ ਤੋਂ ਵੱਧ ਸਮਾਂ ਹੋ ਗਿਆ। ਉਹ ਕਹਿਣ ਲੱਗਾ ਜੀ ਮੈਂ ਨਾਰਾਜ਼। ਮੈਂ ਕਿਹਾ ਕਿਉਂ? ਕਹਿੰਦਾ ਜੀ ਮੇਰੀ 14 ਕਿੱਲੇ ਪੈੜੀ ਹੈ ਤੇ ਮੈਂ ਪਲਾਟ ਕੱਟੇ ਤੇ ਮੇਰੇ ਪਲਾਟ ਨਹੀਂ ਵਿਕਦੇ। ਵੇਖੋ ਹੁਣ ਅਸੀਂ ਪਤਰਾਵਾ ਕਿਵੇਂ ਲੈਂਦੇ ਆ। ਤੇ ਮੈਂ ਉਹਨੂੰ ਬੇਨਤੀ ਕੀਤੀ, ਗੁਰਮੁਖਾ ਤੇਰੇ ਵਾਸਤੇ ਗੁਰੂ ਰਾਮਦਾਸ ਪ੍ਰਾਪਰਟੀ ਡੀਲ ਦਾ ਕੰਮ ਕਰੇ। ਕੱਚਾ ਹੋ ਗਿਆ ਉਹ। ਅਸੀਂ ਗੁਰੂ ਪਰਮੇਸ਼ਰ ਦਾ ਪਤਰਾਵਾ ਨਾ ਲਿਆ ਕਰੀਏ। ਅਸੀਂ ਤਕਰੀਬਨ ਲੈਂਦੇ ਆ ਵੀ ਮਹਾਰਾਜ ਖੰਡ ਪਾਠ ਕਰਾਵਾਂਗੇ, ਦੇ ਕਰਾਈ ਤੇ ਆਹ ਕੰਮ ਹੋ ਗਿਆ ਤੇ ਠੀਕ, ਨਹੀਂ ਤੇ ਤੂੰ ਆਪਣੇ ਘਰ ਤੇ ਅਸੀਂ ਆਪਣੇ ਘਰ। ਨਾ ਨਾ, ਇੱਥੇ ਬਾਬਾ ਰਵਿਦਾਸ ਜੀ ਕਹਿੰਦੇ ਗੁਰਮੁਖਾ ਉਸ ਪਰਿਪੂਰਨ ਪ੍ਰਮਾਤਮਾ ਦੀ ਅਰਦਾਸ ਕਰ, ਮਹਾਰਾਜ ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਇੱਕ ਮੇਰੀ ਬੇਨਤੀ ਸਵੀਕਾਰ ਕਰੀ, ਮੇਰਾ ਪਤਰਾਵਾ ਨਾ ਲਈ, ਮੇਰੀ ਪਰਖ ਨਾ ਲਈ। ਗੁਰਮੁਖੋ ਆਪਾਂ ਗੁਰੂ ਪਰਮੇਸ਼ਰ ਦੀ ਪਰਖ ਵਿੱਚ ਪਾਸ ਨਹੀਂ ਜੀ ਹੋ ਸਕਦੇ। ਆਪਾਂ ਪਾਸ ਨਹੀਂ ਜੀ ਹੋ ਸਕਦੇ। ਇਸ ਕਰਕੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ। ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਤੇ ਮੇਰਾ ਪਤਰਾਵਾ, ਮੇਰਾ ਇਮਤਿਹਾਨ ਨਾ ਲਈ। ਬਚਨੀ ਤੋਰ ਮੋਰ ਮਨ ਮਾਨੈ। ਅਗਲੀ ਮੇਰੇ ਤੇਰੇ ਅੱਗੇ ਗੁਜ਼ਾਰਿਸ਼ ਹੈ, ਬੇਨਤੀ ਹੈ। ਮੈਂ ਆਪਣੀ ਮਰਜ਼ੀ ਬੜੀ ਕਰਦਾ। ਮੇਰੇ ਮੂੰਹ ਵਿੱਚ ਜੋ ਆਉਂਦਾ ਮੈਂ ਬੋਲੀ ਜਾਣਾ, ਤੇ ਮੇਰੀ ਜ਼ਬਾਨ ਤੇ ਲਗਾਮ ਪਾ ਕੇ ਰੱਖੀ। ਮੈਂ ਤੇਰੇ ਬਚਨਾਂ ਦੇ ਮੁਤਾਬਕ ਚੱਲਾਂ। ਜਿਹੜੇ ਤੇਰੇ ਬਚਨ ਨੇ ਨਾ, ਮੇਰਾ ਮਨ ਤੇਰੇ ਬਚਨਾਂ ਨੂੰ, ਇਹਦੇ ਕਈ ਪੱਖ ਨੇ। ਇੱਕ ਤਾਂ ਇਹ ਵੀ ਪਾਤਸ਼ਾਹ ਮੈਨੂੰ ਆਪਣੇ ਬਚਨਾਂ ਦੇ ਮੁਤਾਬਕ ਤੋਰ ਨਾ ਕਰ, ਤੇ ਦੂਜਾ ਮੇਰਾ ਸੁਭਾਅ ਨੁਕਤਾਚੀਨੀ ਕਰਨ ਦਾ, ਵੀ ਆਹ ਵੀ ਗਲਤ, ਆਹ ਵੀ ਗਲਤ, ਖੰਡਣ ਮੰਡਣ ਦਾ। ਮੇਰੇ ਤੇ ਮਿਹਰ ਕਰੀ। ਜਿਹੜੇ ਤੇਰੇ ਬਚਨ ਨੇ, ਤੇਰੇ ਬਚਨਾਂ ਦੇ ਮੁਤਾਬਕ ਮੈਂ ਚੱਲਾਂ, ਤੇ ਮੇਰਾ ਮਨ ਤੇਰੇ ਬਚਨਾਂ ਨੂੰ ਮੰਨੇ, ਅਥਵਾ ਮੋਰ ਤੋਂ ਭਾਵ ਮੋੜਨਾ। ਮੇਰੇ ਤੇ ਮਿਹਰ ਕਰੀ। ਜੇ ਮੇਰਾ ਮਨ ਗਲਤ ਹੈ ਨਾ, ਤੇ ਮੈਨੂੰ ਗਲਤ ਕੰਮਾਂ ਤੋਂ ਰੋਕ ਕੇ ਆਪਣੇ ਬਚਨਾਂ ਦੇ ਮੁਤਾਬਕ ਮੋੜਨਾ ਕਰਨਾ, ਨਾਲ ਮੈਂ ਮੰਨਣਾ ਕਰਾਂ ਜੀ। ਜਨ ਕਉ ਪੂਰਨ ਦੀਜੈ। ਫਿਰ ਪਰਿਪੂਰਨ ਪਰਮਾਤਮਾ ਕਹਿੰਦਾ ਭਾਈ ਕਾਹਦੇ ਲਈ ਮੰਗਦਾ ਹੈ? ਮਹਾਰਾਜ ਮੈਂ ਅਧੂਰਾ ਹਾਂ, ਤੇ ਮੇਰੇ ਤੇ ਮਿਹਰ ਕਰ, ਮੈਨੂੰ ਮੁਕੰਮਲ ਕਰ ਦੇ। ਆ ਨਾਲੇ ਚੱਲਦੇ ਨੇ ਪਾਣੀ ਦੇ, ਉਹਨਾਂ ਦੇ ਕਈ ਨਾਂ। ਜਦੋਂ ਉਹ ਨਾਲੇ ਗੰਗਾ 'ਚ ਪੈ ਜਾਂਦੇ ਤੇ ਉਹ ਗੰਗਾ ਦਾ ਰੂਪ ਬਣ ਜੇ। ਇਹ ਨਹੀਂ ਕਹਿੰਦੇ ਵੀ ਆ ਗੰਦੇ ਨਾਲੇ ਦਾ ਪਾਣੀ ਹੈ। ਮੇਰੀ ਪੋਜੀਸ਼ਨ, ਮੇਰੀ ਹਾਲਤ
ਇੱਕ ਨਾਲੇ ਵਰਗੀ ਹੈ, ਤੂੰ ਗੰਗਾ ਵਰਗਾ ਪਾਵਨ ਹੈ, ਤੇ ਮੇਰੇ ਤੇ ਮਿਹਰ ਕਰ, ਮੈਨੂੰ ਮੁਕੰਮਲ ਕਰ ਦੇ, ਮੈਂ ਅਧੂਰਾ ਹਾਂ। ਹਉ ਬਲ ਬਲ ਜਾਓ ਰਮਈਆ ਕਾਰਨੇ। ਇਹ ਵੈਗਰੂ ਤੂੰ ਅਰਥਾਂ ਤੇ ਵਿਆਪਕ ਹੈ, ਰਮਈਆ ਤੂੰ ਭਾਵ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ, ਹਾਜ਼ਰ ਨਾਜ਼ਰ। ਜਿਵੇਂ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਰਮਈਆ ਤੂੰ ਭਾਵ ਰਮਿਆ ਹੋਇਆ, ਵਿਆਪਕ। ਹੇ ਵੈਗਰੂ ਤੂੰ ਹਰ ਥਾਂ ਤੇ ਵਿਆਪਕ ਹੈ, ਇਸ ਕਾਰਨ ਕਰਕੇ ਮੈਂ ਤੇਰੇ ਤੋਂ ਸਦਕੇ ਜਾਵਾਂ। ਜਿਵੇਂ ਆਪਾਂ ਪੜ੍ਹਦੇ ਪ੍ਰਸੰਗ ਕਿ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਮੱਕੇ ਗਏ ਤੇ ਸਵੇਰੇ ਉੱਥੇ ਕੋਈ ਝਾੜੂ ਮਾਰਨ ਵਾਲਾ ਆਇਆ, ਉਹ ਪੰਜਾਬ ਦਾ ਰਹਿਣ ਵਾਲਾ ਸੀ, ਜੀਵਨ ਉਹਦਾ ਨਾਂ ਕਰਕੇ ਲਿਖਿਆ। ਉਹਨੇ ਆਖਿਆ ਵੀ ਤੂੰ ਭਲਾ ਬੰਦਾ ਭਾਈ, ਖੁਦਾ ਦੇ ਘਰ ਵੱਲ ਪੈਰ ਕੀਤਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਪੰਜਾਬੀ ਬੋਲਦਾ ਜਾਪਦਾ ਵੀ ਪੰਜਾਬ ਦਾ ਜੀਵਨ, ਤੇਰਾ ਨਾਂ ਕੀ? ਕਹਿੰਦਾ ਜੀ ਜੀਵਨ। ਹਜ਼ੂਰ ਕਹਿੰਦੇ ਭਾਈ ਹਨੇਰੇ 'ਚ ਆਇਆ ਰਾਤ ਨੂੰ, ਤੇ ਤੂੰ ਇਉਂ ਕਰ ਵੀ ਜਿਹੜੇ ਪਾਸੇ ਖੁਦਾ ਦਾ ਘਰ ਨਹੀਂ ਤੂੰ ਉਸ ਪਾਸੇ ਵੱਲ ਸਾਡੇ ਪੈਰ ਕਰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਟੰਗੂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਔਰ ਉਹ ਸ਼ਕਤੀ ਤੋਂ ਹੋਏ ਹੈਰਾਨ ਕਰੇਨ ਜੁਹਾਰੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਇਹ ਸ਼ਕਤੀ ਤੋਂ ਪ੍ਰਭਾਵਿਤ ਹੋ ਕਰਕੇ ਉਹ ਗੁਰੂ ਕੀ ਪੂਜਾ ਕਰਨ ਲੱਗ ਪਏ। ਹਉ ਬਲ ਬਲ ਜਾਉ ਰਮਈਆ ਕਾਰਨੇ। ਹੇ ਰਮੇ ਹੋਏ ਵੈਗਰੂ ਮੈਂ ਤੁਹਾਤੋਂ ਸਦਕੇ ਜਾਵਾਂ, ਕੁਰਬਾਨ ਜਾਣਾ ਕਰਾਂ ਜੀ। ਕਾਰਨ ਕਵਨ ਅਬੋਲ। ਗੁਰਮੁਖੋ ਕਿਤੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕੇ ਲੋਕਾਂ ਨੂੰ ਵਿਖਾਉਣ ਲਈ ਨਹੀਂ, ਆਪਣੇ ਆਪ ਕਿਤੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ ਇਹ ਅਰਦਾਸ ਕਰਿਆ ਕਰੀਏ, ਹੇ ਸਤਿਗੁਰੂ ਪਾਤਸ਼ਾਹ ਤੂੰ ਕੀ ਗੱਲ ਮੇਰੇ ਨਾਲ ਬੋਲਦਾ ਕਿਉਂ ਨਹੀਂ? ਆ ਜਿਹੜੇ ਹੱਡੀਆਂ ਦੇ ਚਿਮਚੇ ਨਾ, ਹੱਡੀਆਂ ਦੇ ਚਿਮਚੇ ਆ ਦੇਹ ਧਾਰੀਆਂ ਨੂੰ ਮੰਨਦੇ ਨੇ, ਉਹ ਤਰਕ ਕਰਦੇ ਨੇ ਭਾਈ ਸਾਹਿਬ ਤੁਹਾਡੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦੇ ਨਹੀਂ। ਤੇ ਮੈਂ ਬੇਨਤੀ ਕਰਦਾ ਉਹਨਾਂ ਸੱਚੇ ਪਾਤਸ਼ਾਹ ਕਿਰਪਾ ਕਰੀ ਸੀ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਣੀ ਦੀ ਸਾਡਾ ਹੀ ਗੁਰੂ ਹੈ, ਅਗੇ ਸਾਡਾ ਤਾਂ ਗੁਰੂ ਬੋਲਦਾ ਹੈ। ਮੈਂ ਕਿਹਾ ਤੁਹਾਡਾ ਗੁਰੂ ਬੋਲੇਗਾ ਪੌਣਾ ਘੰਟਾ ਤੇ ਨਾਲੇ ਕਵੇਗਾ ਮੇਰੇ ਮੂੰਹ ਦੇ ਲਾਗੇ ਮੈਕ ਰੱਖੋ, ਮੇਰਾ ਗਲਾ ਖਰਾਬ ਹੈ। ਮੇਰਾ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਜਦੋਂ ਬੋਲਣ ਲੱਗਦਾ ਨਾ, ਸਾਡੇ ਗੁਰਸਿੱਖ ਭਾਈ ਖੰਡ ਪਾਠੀ ਵੀਰ 5 ਜਣੇ ਰਲ ਕੇ 48 ਘੰਟੇ ਗੁਰੂ ਨਾਲ ਬੋਲਦੇ, ਤੇ ਗੁਰੂ ਨੇ ਕਦੇ ਨਹੀਂ ਆਖਿਆ ਵੀ ਮੈਂ ਵੀ ਆਰਾਮ ਕਰਨਾ ਹੈ। ਜਦੋਂ 2 ਘੰਟਿਆਂ ਤੋਂ ਵੱਧ ਸਮਾਂ ਹੋ ਜਾਏ ਨਾ, ਤੇ ਦੂਜਾ ਪਾਠੀ ਲੇਟ ਹੋ ਜਾਏ ਤੇ ਪਹਿਲਾਂ ਕਹਿੰਦਾ ਵੀ ਗੁਰਮੁਖਾ ਇਉਂ ਨਾ ਕਰਿਆ ਕਰ, ਲੇਟ ਨਾ ਆਇਆ ਕਰ, ਮੈਂ ਤਾਂ ਥੱਕ ਗਿਆ ਸਾਂ। ਉਹ ਪੰਜੇ ਤੇ ਪੰਜੇ ਵੀਰ ਆਰਾਮ ਵੀ ਕਰਦੇ ਨੇ, ਪ੍ਰਸ਼ਾਦਾ ਪਾਣੀ ਵੀ ਛਕਦੇ, ਤੇ ਫਿਰ ਵੀ ਥੱਕ ਜਾਂਦੇ ਨੇ। ਕਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਆਖਿਆ ਵੀ ਮੈਂ ਥੱਕ ਗਿਆ। ਤੇ ਜਿਹੜਾ ਆਪਣੇ ਆਪ ਬੋਲਾਂ ਨੂੰ ਕਹਿੰਦੇ ਨੇ ਪਾਗਲ, ਜਦੋਂ ਬੰਦਾ ਪਾਗਲ ਹੁੰਦਾ ਨਾ, ਉਹਦੀ ਪਹਿਲੀ ਨਿਸ਼ਾਨੀ ਉਹ ਆਪਣੇ ਆਪ ਇਕੱਲਾ ਹੀ ਗੱਲਾਂ ਕਰੀ ਜਾਂਦਾ। ਤੇ ਜਦੋਂ ਇਕੱਲਾ ਗੱਲਾਂ ਕਰੀ ਤੇ ਆਪਾਂ ਕਹਿੰਦੇ ਜਾਪਦਾ ਵੀ ਦਿਮਾਗ 'ਚ ਫਰਕ ਪੈ ਗਿਆ। ਸਾਡਾ ਗੁਰੂ ਬੋਲਦਾ ਪਰ ਆਪਾਂ ਬੁਲਾਉਂਦੇ ਹੀ ਨਹੀਂ। ਆਪਣਾ ਭਾਈਚਾਰਾ ਬਹੁਤਾ ਗਿੱਧਾ ਕਬਰਾਂ ਕੋਲ। ਮੈਨੂੰ ਕਿਸੇ ਨੇ ਆਖਿਆ ਵੀ ਗਿਆਨੀ ਜੀ ਕਬਰਾਂ ਕੋਲ ਕਿਉਂ ਜਾਂਦੇ ਨੇ? ਮੈਂ ਕਿਹਾ ਸਾਡਾ ਗੁਰੂ ਬੋਲ ਕੇ ਕਹਿੰਦਾ ਸੰਚ ਹਰਤਾ ਨੂੰ ਪੂਜ ਸਤਿਗੁਰੂ ਮਨੋਂ ਛੋੜ ਵਕਾਰ। ਤੇ ਮੈਂ ਕਿਹਾ ਕਬਰ ਤੇ ਨਾ ਕਿਸੇ ਬੋਲਣਾ ਤੇ ਨਾ ਕਿਸੇ ਤੋਲਣਾ। ਪਹਿਲਾ ਖੀਰ ਪਾ ਕੇ ਗਿਆ ਤੇ ਦੂਜਾ ਮੁੜ ਕੇ ਕੁੱਤਾ ਚੱਟ ਗਿਆ। ਉੱਥੇ ਰੌਲਾ ਕਾਹਦਾ? ਕੋਈ ਦੀਵੇ ਵਿੱਚ ਤੇਲ ਪਾ ਕੇ ਗਿਆ ਤੇ ਜਦੋਂ ਲੋਕੀ ਸੌਂ ਗਏ ਤੇ ਮੁੜ ਕੇ ਕੁੱਤੇ ਐਨ ਮਾਂਜ ਕੇ ਉਹਨਾਂ ਦੀਵਿਆਂ ਨੂੰ ਮੂਧਿਆਂ ਕਰ ਦਿੰਦੇ ਨੇ। ਜਿਹੜਾ ਬੋਲਦਾ ਨਾ ਆਪਾਂ ਉਹਦੇ ਕੋਲ ਜਾ ਕੇ ਰਾਜੀ ਨਹੀਂ। ਸਾਡਾ ਗੁਰੂ ਸਾਨੂੰ ਪੈਰ ਪੈਰ ਤੇ ਸਮਝਾਉਂਦਾ ਹੈ। ਆਪਾਂ ਰੋਜ਼ਾਨਾ ਪਾਠ ਕਰਦੇ ਭਈ ਪ੍ਰਾਪਤ ਮਾਨੁਖ ਦਿਓਰੀਆ।
ਜਿਹੜਾ ਦਿਉਰੀਆ ਸ਼ਬਦ ਹੈ ਨਾ, ਇਹਦੇ ਸਾਨੂੰ ਅਰਥ ਪੜ੍ਹਾਏ ਗਏ ਦਲੀਜ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਨਹੀਂ, ਕਿਉਂਕਿ ਕਈ ਸਮੇਂ ਨਾਲ ਲਫ਼ਜ਼ ਗਾਇਬ ਹੋਈ ਜਾਂਦੇ ਨੇ। ਜਿਹੜੇ ਦਰਵਾਜ਼ੇ ਨੇ ਉਹਨਾਂ ਦਾ ਥੱਲੇ ਦਾ ਹਿੱਸਾ ਉਹਨਾਂ ਨੂੰ ਕਹਿੰਦੇ ਦਲੀਜ। ਹੁਣ ਤਾਂ ਪਤਾ ਨਹੀਂ ਵਿਚਾਰ ਕਰਦੇ ਹੁਣ ਕਿ ਨਾ। ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਨ, ਕਿਸੇ ਨੇ ਦਲੀਜਾਂ 'ਚ ਬਹਿ ਕੇ ਰੋਟੀ ਖਾਣੀ ਤੇ ਮਾਪਿਆਂ ਨੇ ਝਿੜਕਣਾ ਵੀ ਪੁੱਤ ਅੰਦਰ ਹੋ ਜਾ ਜਾਂ ਬਾਹਰ ਹੋ ਜਾ, ਦਲੀਜ ਨਹੀਂ ਬਹਿਦਾ ਹੁੰਦਾ। ਤੇ ਜਦੋਂ ਮੈਂ ਸਮੇਂ ਨਾਲ ਸੰਗਤ ਕੀਤੀ ਮਹਾਂਪੁਰਸ਼ਾਂ ਦੀ, ਤੇ ਮੇਰੇ ਮਨ ਵਿੱਚ ਆਇਆ ਵੀ ਇਹ ਪ੍ਰਹਲਾਦ ਹਰਨਾਕਸ਼ ਕਰਕੇ ਚੱਕਰ ਪਿਆ, ਕਿਉਂਕਿ ਹਰਨਾਕਸ਼ ਨੂੰ ਨਰ ਸਿੰਘ ਨੇ ਦਲੀਜਾਂ 'ਚ ਕਾਬੂ ਕੀਤਾ ਸੀ। ਦਲੀਜਾਂ 'ਚ ਮੇਰਾ ਅੰਦਾਜ਼ਾ, ਹੋ ਸਕਦਾ ਮੈਂ ਗਲਤ ਹੋਵਾਂ। ਦਿਉਰੀਆ ਦਾ ਭਾਵ ਹੈ ਦਲੀਜ। ਇਹ ਗੁਰੂ ਬਾਬੇ ਨੇ ਦਲੀਜ ਕਿਉਂ ਕਿਹਾ? ਅਸੀਂ ਦਲੀਜ ਵਿੱਚ ਬੈਠੇ ਹਾਂ, ਸਾਡੀ ਮਰਜ਼ੀ ਵੀ ਅਸੀਂ ਅੰਦਰ ਹੋ ਜਾਈਏ ਤੇ ਸਾਡੀ ਮਰਜ਼ੀ ਅਸੀਂ ਬਾਹਰ ਹੋ ਜਾਈਏ। ਇਹ ਮਨੁੱਖਾ ਜਨਮ ਦਲੀਜ ਇਸ ਕਰਕੇ ਵੀ ਇੱਕ ਪਾਸੇ ਸੰਸਾਰ ਹੈ ਤੇ ਇੱਕ ਪਾਸੇ ਕਰਤਾਰ ਹੈ। ਜਿਵੇਂ ਆਪਾਂ ਕਈ ਵਾਰ ਕਹਿੰਦੇ ਵੀ ਭਾਈ ਸਾਹਿਬ ਕੀ ਕਰੀਏ, ਦੁਨੀਆਦਾਰੀ ਦਾ ਮੂੰਹ ਰੱਖਣਾ ਹੀ ਪੈਂਦਾ ਹੈ। ਜਦੋਂ ਦੁਨੀਆਦਾਰੀ ਦਾ ਮੂੰਹ ਰੱਖਣਾ ਪੈਂਦਾ, ਉਹਦਾ ਅਰਥ ਹੁੰਦਾ ਸੰਸਾਰ। ਤੇ ਜਦੋਂ ਆਪਾਂ ਕਹਿੰਦੇ ਵੀ ਭਾਈ ਤੁਹਾਡੀ ਮਰਜ਼ੀ, ਜੋ ਤੁਸੀਂ ਕਰਨਾ ਕਰੋ, ਪਰ ਮੈਂ ਆ ਪੱਖ ਨਹੀਂ ਛੱਡਣਾ, ਉਹ ਕਰਤਾਰ ਦਾ ਪਾਸਾ। ਕੱਲ ਇੱਕ ਬੀਬੀ ਆਈ ਮੇਰੇ ਕੋਲ, ਕਹਿੰਦੀ ਗਿਆਨੀ ਜੀ ਮੇਰਾ ਕਾਕਾ ਸ਼ਰਾਬ ਪੀਂਦਾ ਸੀ ਤੇ ਅੱਜ ਉਮਰ ਛਕਣ ਚਲਾ ਗਿਆ। ਤੇ ਮੇਰੀ ਨੂੰਹ ਕਹਿੰਦੀ ਵੀ ਨਾਮ ਲਿਆ, ਮੈਂ ਅੰਮ੍ਰਿਤ ਨਹੀਂ ਛਕਣਾ। ਮੈਂ ਕਿਹਾ ਨੂੰਹ ਤੇਰੀ, ਪੁੱਤ ਤੇਰੀ, ਤੇ ਮੈਂ ਵਾਧੂ ਡਾਂਗੋ ਡਾਂਗੀ ਹੋਈ ਜਾਵਾਂ। ਤੇਰੀ ਨੂੰਹ ਨੂੰ ਗੁਰੂ ਗੋਬਿੰਦ ਸਿੰਘ ਨਾਲ ਅਲਰਜੀ ਹੈ, ਤੇ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਬਣ ਕੇ ਰਾਜੀ ਨਹੀਂ, ਉਹ ਕਿਹਦੀ ਹੋਏਗੀ? ਤੇ ਮੇਰੇ ਸਾਹਮਣੇ ਉਸ ਮਾਈ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਵੀ ਪੁੱਤ ਤੇਰੀ ਘਰਵਾਲੀ ਨਹੀਂ ਮੰਨਦੀ ਤੇ ਤੂੰ ਘਰ ਨੂੰ ਮੁੜਿਆ, ਤੂੰ ਅੰਮ੍ਰਿਤ ਨਾ ਛਕੀ। ਇਹ ਕੱਲ੍ਹ ਦੀ ਘਟਨਾ ਜੇ ਮੇਰੀ ਆਪਣੀ ਹੱਡ ਬੀਤੀ ਮੈਂ ਵੇਖਿਆ ਮੇਰੇ ਸਾਹਮਣੇ। ਬਾਬਾ ਜੀ ਕੀ ਕਰੀਏ? ਮੈਂ ਕਿਹਾ ਬੀਬੀ ਇਹ ਤੁਹਾਡਾ ਮਸਲਾ, ਮੈਂ ਕੀ ਆਖਾਂ, ਇਹ ਸਾਡੀ ਹਾਲਤ ਹੈ। ਉਸ ਮਾਈ ਨੇ ਸੰਸਾਰ ਨੂੰ ਪ੍ਰੈਫਰੈਂਸ ਦਿੱਤੀ, ਕਰਤਾਰ ਨੂੰ ਨਹੀਂ। ਨਹੀਂ ਤੇ ਕਹਿੰਦੀ ਵੀ ਪੁੱਤ ਤੂੰ ਅੰਮ੍ਰਿਤ ਛਕਾਂ, ਜੇ ਨਹੀਂ ਛਕਦੀ ਤੇ ਆਪਾਂ ਬਾਈਕਾਟ ਕਰਾਂਗੇ, ਆਪੇ ਮੁੜ ਕੇ ਸਿੱਧੀ ਹੋ ਕੇ ਆ ਜਾਏਗੀ। ਉਹ ਕਹਿਣ ਲੱਗੀ ਤੂੰ ਆ ਜਾ, ਪਰ ਨੂੰਹ ਨਾਲ ਨਾਰਾਜ਼ ਹੋ ਜਾਏ। ਇਹ ਜੇ ਸੰਸਾਰ ਦਾ ਪਾਸਾ ਤੇ ਕਰਤਾਰ ਦਾ ਇਹ ਸੀ। ਉਹਨੂੰ ਕਹਿੰਦੀ ਵੀ ਪੁੱਤ ਆਪਾਂ ਵਿਆਹ ਕੇ ਲਿਆਂਦੀ, ਆਨੰਦ ਕਾਰਜ ਕੀਤਾ, ਇਹਨੂੰ ਆਪਾਂ ਮਾੜਾ ਬਚਨ ਨਹੀਂ ਬੋਲਣਾ, ਪਰ ਇਹਦਾ ਨਾਂ ਬਾਈਕਾਟ ਕਰਨ, ਆਪੇ ਠੀਕ ਹੋ ਜਾਏਗਾ। ਇਹ ਸਾਡੀ ਹਾਲਤ ਹੈ। ਇਸ ਕਰਕੇ ਗੁਰਦੇਵ ਕਹਿੰਦਾ ਹੈ ਮਨੁੱਖਾ ਜਨਮ ਤੈਨੂੰ ਦਲੀਜ ਮਿਲਿਆ, ਇਹ ਤੇਰੀ ਮਰਜ਼ੀ ਵੀ ਤੂੰ ਕਿਹੜੇ ਪਾਸੇ ਵੱਲ ਜਾਣਾ ਹੈ। ਕਾਰਨ ਕਵਨ ਅਬੋਲ। ਹੇ ਮੇਰੇ ਵਾਹਿਗੁਰੂ, ਹੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਤੁਸੀਂ ਕਹੋ ਗਿਆਨੀ ਜੀ ਤੁਸੀਂ ਅਰਥ ਕਰਦੇ ਰਾਜੇ ਜਾਂਦੇ ਜੇ ਪਤਾ ਨਹੀਂ ਚੱਲਦਾ, ਨਾਲੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਪਰਮਾਤਮਾ ਨੂੰ ਕਹਿਣਾ, ਤੇ ਨਾਲੇ ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਕਹੀ ਜਾਂਦੇ ਨੇ। ਉਹਦਾ ਗੁਰਮੁਖੋ ਜਵਾਬ ਇਹ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇ ਵਡਵਰ ਨਾ ਕੋਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੀ ਪਰਮੇਸ਼ਰ ਸਰੂਪ ਨੇ। ਮੈਂ ਕਹਾਂ ਤੇ ਸ਼ਾਇਦ ਗੱਲ ਗਲਤ ਹੋ ਜਾਏ। ਦੀਨ ਦੁਨੀਆ ਦੇ ਮਾਲ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਕਿਹਾ 1226 ਅੰਗ ਤੋਂ ਵੇਖ ਲੈਣਾ, ਪੋਥੀ ਪਰਮੇਸ਼ਰ ਕਾ ਥਾਨ। ਇਹ ਪੋਥੀ ਲਈ ਤਾਂ ਕਿਹਾ ਵੀ ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਤਖਲਸ ਹੈ ਨਾ, ਇਹ ਕਲਗੀਧਰ ਪਾਤਸ਼ਾਹ ਮਾਰੇ ਲਾਇਆ ਪੋਥੀ ਸਾਹਿਬ। ਇਸ ਪ੍ਰਕਾਰ हे ਮੇਰੇ ਸਤਿਗੁਰੂ, हे ਮੇਰੇ ਵਾਹਿਗੁਰੂ, ਕੀ ਵਜ੍ਹਾ ਹੈ ਆਪ ਬੋਲਦੇ ਨਹੀਂ ਰਹਾਉ। ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਬਹੁਤ ਜਨਮ ਬਿਸ਼ੁਰੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ। ਇਹਦੀ ਅਰਦਾਸ ਕਰਿਆ ਕਰੀਏ ਵੀ ਮਹਾਰਾਜ ਪਤਾ ਨਹੀਂ ਕਿੰਨੇ ਜਨਮਾਂ ਤੋਂ ਤੇਰੇ ਨਾਲ ਵਿਛੜੇ ਆ, ਕਿਉਂਕਿ ਆਪਾਂ ਪੜ੍ਹਦੇ ਹਾਂ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਗ ਕਾਲ ਇਹ ਦੇ ਸੰਜਰੀਆ। ਤੇ ਜੇ ਗੁਰਮੁਖ ਪਿਆਰੋ ਕਿਤੇ ਇਹ ਅਰਦਾਸ ਹੋ ਜਾਏ ਨਾ,
ਤੇ ਆਪਾਂ ਤਾਂ ਭਾਵੇਂ ਭੁੱਲ ਜਾਈਏ, ਉਹ ਨਹੀਂ ਜੇ ਭੁੱਲਦਾ, ਕਿਉਂ ਆਪਾਂ ਤਾਂ ਹਾਂ ਹੀ ਭੁੱਲਣਹਾਰ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣਹਾਰੇ। ਸਾਡਾ ਇਤਿਹਾਸ ਕਹਿੰਦਾ ਹੈ, ਸਿਆਲਕੋਟ ਨਗਰ ਦੇ ਵਿੱਚ, ਮੈਂ ਸੰਖੇਪ ਵਿੱਚ ਕੇਵਲ 2 ਦੀ ਪੁਆਇੰਟ ਗੱਲ ਕਰਨੀ, ਕਿਉਂਕਿ ਸਾਖੀ ਬਹੁਤ ਲੰਮੇਰੀ ਤੇ ਆਪਾਂ ਲੜੀਵਾਰ ਵਿਚਾਰ ਵੀ ਕਰਨੀ ਹੈ। ਉੱਥੇ ਇੱਕ ਦੁਕਾਨਦਾਰ, ਉਹਦਾ ਨਾਮ ਮੂਲਾ ਕਰਕੇ ਲਿਖਿਆ, ਗੁਰੂ ਕੇ ਸੰਪਰਕ ਵਿੱਚ ਆਇਆ। ਗੁਰਮੁਖ ਕਹਿਣਾ ਬੜਾ ਸੌਖਾ ਤੇ ਕਰਨਾ ਬਹੁਤ ਔਖਾ ਹੈ। ਉਹਨੇ ਲਿਖ ਕੇ ਦਿੱਤਾ ਵੀ ਪਾਤਸ਼ਾਹ ਝੂਠ ਤੇ ਮਰਨਾ ਸੱਚ। ਮੂੰਹ ਜ਼ਬਾਨੀ ਨਹੀਂ, ਲਿਖ ਕੇ ਦਿੱਤਾ 2 ਕਾਗਜ਼ਾਂ ਤੇ। ਇੱਕ ਤੇ ਲਿਖਿਆ ਜਿਉਣਾ ਝੂਠ, ਦੂਜੇ ਤੇ ਮਰਨਾ ਸੱਚ। ਤੇ ਭਾਈ ਮਰਦਾਨੇ ਨੂੰ ਕਹਿੰਦਾ ਵੀ ਇੱਥੇ ਫਰੀ ਕੰਮ ਨਹੀਂ ਚੱਲਦਾ, ਟਕਾ ਸੁੱਟ, ਆ ਟਕਾ ਸੁੱਟ। ਜਿਵੇਂ ਅਸੀਂ ਕਹਿੰਦੇ ਵੀ ਸਵਾ ਘੰਟਾ ਲਾਇਆ ਤੇ ਇੰਨੇ ਲਾਂਗੇ, ਜੇ ਵੱਧ ਟਾਈਮ ਤੇ ਇੰਨੇ ਠੇਕੇਦਾਰੀ ਹੁੰਦੀ ਪਹਿਲਾਂ। ਇਹ ਮੂਲੇ ਵਾਲਾ ਸੌਦਾ ਹੈ। ਪਰ ਭੁੱਲ ਜਾਣੇ ਗੁਰੂ ਕੀ ਬਾਣੀ ਨਾਲ ਕਰਾੜਾਂ ਦੋਸਤੀ, ਕੂੜੇ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਤੇ ਥਾਏ, ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਸਤਿਗੁਰੂ ਪਾਤਸ਼ਾਹ ਦੇ ਕੋਲ ਆਇਆ, ਗੁਰੂ ਦੀ ਸੰਗਤ ਕੀਤੀ। 3 ਤਰ੍ਹਾਂ ਦਾ ਵਿਰਾਗ ਪੜ੍ਹਿਆ ਮੈਂ, ਇੱਕ ਤਾਂ ਦੇਸੀ ਫਾਰਮੂਲਾ ਤੇ ਇੱਕ ਗਿਆਨੀਆਂ ਵਾਸਤੇ ਵੱਖ ਹੈ, ਕਾਰਨ ਵਿਰਾਗ, ਵਿਰਾਗ ਇਤਿਆਦਿਕ 9 ਕਿਸਮਾਂ ਨੇ। ਇੱਕ ਦੇਸੀ ਜਿਹਾ ਨਾ ਫਾਰਮੂਲਾ ਸਮਝਾਇਆ ਵੀ ਜੇ ਆਮ ਪੇਂਡੂ ਭਰਾ ਹੋਣ ਤੇ ਉਹਨਾਂ ਨੂੰ ਸਮਝਾਉਣ ਲਈ ਖੋਤਾ ਵਿਰਾਗ, ਗਧਾ ਵਿਰਾਗ, ਸ਼ੇਰ ਵਿਰਾਗ, ਘੋੜਾ ਵਿਰਾਗ। ਗਧਾ ਵਿਰਾਗ ਤੋਂ ਭਾਵ ਹੁੰਦਾ ਵੀ ਜਿਵੇਂ ਇੱਕ ਖੋਤਾ ਹਿੰਗਿਆ ਤੇ ਸਾਰੇ ਹਿੰਗਣ ਲੱਗ ਪਏ, ਲੋਕਾਂ ਨੂੰ ਵੇਖ ਕੇ 4 ਦਿਨ ਬਣ ਗਏ ਤੇ ਮੁੜ ਕੇ ਫਿਰ ਉੱਥੇ ਦੇ ਉੱਥੇ। ਉਹਦੇ ਅੰਦਰ ਵੀ ਇਹੋ ਜਿਹਾ ਵਿਰਾਗ ਪੈਦਾ, ਕਹਿਣ ਲੱਗਾ ਜੀ ਸਭ ਕੁਝ ਝੂਠਾ ਤੇ ਮੈਨੂੰ ਨਾਲ ਲੈ ਚੱਲੋ। ਉਹ 5-4 ਮਹੀਨੇ ਰਿਹਾ। ਸਤਿਗੁਰੂ ਪਾਤਸ਼ਾਹ ਹੱਸ ਕੇ ਤੇ ਮਰਦਾਨੇ ਵੱਲ ਇਸ਼ਾਰਾ ਕੀਤਾ, ਕਹਿਣ ਲੱਗੇ ਮੂਲਿਆ, ਤੇਰੀ ਘਰਵਾਲੀ ਨੂੰ ਤੇਰਾ ਭਾਈਚਾਰਾ ਬੜਾ ਮਜਬੂਰ ਕਰਦਾ, ਕਹਿੰਦਾ ਉਹ ਕਹਿੰਦੇ ਨੇ ਵੀ ਤੇਰਾ ਘਰਵਾਲਾ ਮਰ ਗਿਆ ਤੇ ਤੂੰ ਸਦੀ ਹੋ ਜਾ, ਤੇ ਕਿਵੇਂ ਹੈ? ਗੁਰੂ ਪਾਤਸ਼ਾਹ ਦੇ ਚਰਨਾਂ ਸਿਰ ਆ ਕੇ ਕਹਿਣ ਲੱਗਾ, ਮਾਰੇ ਜਲਦੀ ਜਲਦੀ ਕਰੋ, ਮੈਨੂੰ ਉੱਥੇ ਪਹੁੰਚਾ ਦਿਓ, ਕਿਤੇ ਮਰ ਨਾ ਜਾਏ। ਜਿਹੜਾ ਕਹਿੰਦੇ ਨੇ ਝੂਠਾ, ਹੁਣ ਕਹਿੰਦਾ ਜਲਦੀ ਜਲਦੀ ਪਹੁੰਚਾਓ। ਕਿਵੇਂ ਪਹੁੰਚਾਂਗੇ? ਤੇ ਮਰਦਾਨਾ ਜੀ ਹੱਸ ਕੇ ਕਹਿਣ ਲੱਗੇ, ਜਿਵੇਂ ਇੱਥੇ ਲੈ ਕੇ ਆ ਪਹੁੰਚਾ ਵੀ ਦੇਣਗੇ, ਹੌਸਲਾ ਤਾਂ ਕਰ। ਆ ਗਿਆ ਉੱਥੇ। ਸਤਿਗੁਰੂ ਪਾਤਸ਼ਾਹ ਕੁਝ ਸਮੇਂ ਤੋਂ ਬਾਅਦ ਉਸੇ ਸਿਆਲਕੋਟ ਆਏ। ਹਜ਼ੂਰ ਹੱਸ ਕੇ ਕਹਿਣ ਲੱਗੇ, ਮਰਦਾਨਿਆ ਆਪਣਾ ਇੱਥੇ ਮਿੱਤਰ ਰਹਿੰਦਾ ਕਿ ਪਿਆਰਾ? ਕਹਿੰਦਾ ਜੀ ਰਹਿੰਦਾ ਤਾਂ। ਕਹਿੰਦੇ ਮਾਰ ਆਵਾਜ਼। ਉੱਥੇ ਜੋ ਇਤਿਹਾਸ ਵਿੱਚ ਲਿਖਿਆ ਨਾ, ਸੱਜੇ ਖੱਬੇ ਵੇਖੇ ਤੇ ਘਰਵਾਲੀ ਪਾਥੀਆਂ ਪਾਦੀ ਸੀ। ਕਹਿਣ ਲੱਗੇ ਉਂਤਰਿਆ ਆ ਗੂਰੇ 'ਚ ਵੜ ਜਾ, ਗੂਰੇ 'ਚ ਜਿੱਥੇ ਪਾਥੀਆਂ ਇਕੱਠੇ ਕਦ ਨੂੰ ਗੂਰਾ ਬੋਲਦੇ ਨੇ। ਵੜ ਗਿਆ। ਜਿਹੜਾ ਕਹਿੰਦਾ ਸੀ ਨਾ ਮਰਨਾ ਸੱਚ ਜਿਉਣਾ ਝੂਠ, ਗੁਰੂ ਨੇ, ਸਿੱਖ ਨੇ ਤੇ ਗੁਰੂ ਨੇ ਬਾਹਰੋਂ ਆਵਾਜ਼ਾਂ ਮਾਰੀਆਂ, ਉਹ ਫਾਰਮੂਲੇ ਭੁੱਲ ਗਏ। ਹੁਣ ਕੇਵਲ ਤੇ ਕੇਵਲ ਪਰਿਵਾਰ ਚੇਤੇ ਰਹਿ ਗਿਆ ਤੇ ਗੋਹਿਆਂ 'ਚ ਵੜ ਗਿਆ, ਗੋਹਿਆਂ 'ਚ। ਘਰ ਵਾਲੀ ਕਹਿਣ ਲੱਗੀ ਜੀ ਉਹ ਘਰ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਧੀਏ ਘਰ ਨਹੀਂ, ਸ਼ਾਇਦ ਕਿਤੇ ਵੀ ਨਾ ਹੋਵੇ। ਹੋਇਆ ਕਿ ਬੜੀ ਲੰਮੀ ਸਾਖੀ, ਮੈਂ ਕਿਉਂਕਿ ਲੜੀਵਾਰ ਕਰਨੀ, ਮੈਂ ਮਜਬੂਰੀ ਕਰਕੇ ਸੰਖੇਪ ਕਹਿ ਰਿਹਾ। ਸੱਪ ਲੜਿਆ, ਜਦੋਂ ਵੱਜਦੀਆਂ ਨੇ ਨਾ ਉਦੋਂ ਗੁਰੂ ਚੇਤੇ ਆਉਂਦਾ ਹੈ। ਜਦੋਂ ਵੀਜ਼ਾ ਨਾ ਲੱਗੇ ਆਈਲੈਟਸ ਦਾ, ਉਦੋਂ ਅਰਦਾਸ ਕਰਾਉਂਦੇ ਆ। ਜਦੋਂ ਲੱਗ ਜਾਏ ਉਦੋਂ ਮੱਥਾ ਵੀ ਕੋਈ ਨਹੀਂ ਟੇਕਦਾ। ਵੀਜ਼ਾ ਲਵਾਉਣਾ ਨਾ ਆਈਲੈਟਸ ਦਾ, ਬੜੇ ਗੇੜੇ ਕਰਨਗੇ। 40 ਦਿਨ ਹੋ ਗਏ ਨੇ ਗਿਆਨੀ ਜੀ ਗੁਰਦੁਆਰੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ, ਤੇ ਜਿੱਦਣ ਲੱਗ ਗਿਆ ਗੁਰਦੁਆਰਾ ਵੀ ਭੁੱਲ ਗਿਆ, ਸੁਖਮਨੀ ਸਾਹਿਬ ਵੀ ਗਿਆ, ਕਿਉਂਕਿ ਮਸਲ ਮਸੀਨਾ ਇਹ ਗੁਰਮਤ ਨਹੀਂ। ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ, ਉਹਨੂੰ ਚੇਤੇ ਰੱਖੀਏ, ਚੇਤੇ। ਸੱਪ ਲੜ ਗਿਆ, ਲੱਗਾ ਆਏ ਆਏ ਕਰਨ। ਹੁਣ ਘਰਦਿਆਂ ਨੂੰ ਵੀ ਗੁਰੂ ਦਾ ਚੇਤਾ ਹੈ ਤੇ ਉਹਨੂੰ ਵੀ ਕਹਿਣ ਲੱਗਾ ਭਲਗੇ ਲੈ ਚੱਲ ਜਾ ਮਰਦੇ ਮਰਦੇ ਨੂੰ। ਮਹਾਰਾਜ ਕਰੋ ਕਿਰਪਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਿਆਰਿਓ ਤੀਰ ਚੱਲ ਗਿਆ, ਪਰ ਫਿਰ ਵੀ ਆਪਣਾ ਪਿਆਰਾ, ਕੋਈ ਗੱਲ ਨਹੀਂ, ਸਾਡਾ ਸਾਡੇ ਕੋਲ ਆ ਜਾਏਗਾ, ਸੰਭਾਲ ਲਾਂਗੇ ਇਹਨੂੰ।
ਸਾਲ ਨਹੀਂ ਲੰਘਿਆ, 2 ਸਾਲ ਨਹੀਂ ਲੰਘੇ ਗੁਰਮੁਖੋ, ਸਦੀਆਂ ਲੰਘ ਗਈਆਂ। ਸਾਨੂੰ ਤਾਂ ਚੇਤਾ ਭੁੱਲ ਜਾਂਦਾ, ਸਾਡੇ ਗੁਰੂ ਨੂੰ ਨਹੀਂ ਜੇ ਭੁੱਲਦਾ। ਸਾਡੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ। ਭਾਈ ਸਾਹਿਬ ਤੁਹਾਨੂੰ ਕਿਤੇ ਮਿਲੇ ਆ, ਮੈਨੂੰ ਚੇਤਾ ਜਿਹਾ ਨਹੀਂ ਆਉਂਦਾ। ਮਿਲੇ ਵੀ ਆ ਤੇ ਚੇਤਾ ਜਿਹਾ ਨਹੀਂ ਆਉਂਦਾ, ਪਰ ਉਹਦਾ ਚੇਤਾ ਨਹੀਂ ਭੁੱਲਦਾ ਉਹਨੂੰ। ਦੀਨ ਦੁਨੀਆ ਦੇ ਮਾਲਕ ਪਾਤਸ਼ਾਹ ਬਾਬਾ ਦਇਆ ਸਿੰਘ ਤੇ ਧਰਮ ਸਿੰਘ ਬਾਬਾ ਸੰਤੋਖ ਸਿੰਘ ਨੂੰ ਨਾਲ ਲੈ ਕੇ ਬਾਹਰ ਗਏ। ਕਹਿੰਦੇ ਸੰਤੋਖ ਸਿੰਘ ਅੱਜ ਵਿਸ਼ੇਸ਼ ਕੰਮ ਹੈ, ਵਿਸ਼ੇਸ਼। ਅੱਗੇ ਸਾਇਆ ਤੁਰਿਆ ਫਿਰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਸਾਡਾ ਨਿੱਜੀ ਮਸਲਾ, ਤੁਸੀਂ ਦਖਲਅੰਦਾਜ਼ੀ ਨਹੀਂ ਕਰਨੀ। ਮਹਾਰਾਜ ਦਖਲਅੰਦਾਜ਼ੀ ਨਿੱਜੀ ਮਾਮਲਾ। ਕਹਿੰਦੇ ਭਾਈ ਇਹ ਸਿਆਲਕੋਟ ਵਾਲਾ ਮੂਲਾ ਹੈ, ਅਸੀਂ ਵਾਅਦਾ ਕੀਤਾ ਸੀ ਤੈਨੂੰ 10ਵੇਂ ਜਾਮੇ ਚ ਮੁਕਤ ਕਰਾਂਗੇ, ਇਸ ਕਰਕੇ ਮੂਲੇ ਨੂੰ ਮੁਕਤ ਕਰਨਾ ਹੈ। ਮੇਰੇ ਕਹਿਣ ਤੋਂ ਭਾਵ ਜੋ ਆਪਾਂ ਨੂੰ ਬਾਬਾ ਰਵਿਦਾਸ ਜੀ ਨੇ ਸਮਝਾਇਆ ਕਿ ਤੇ ਅਰਦਾਸ ਕਰਿਆ ਕਰੀਏ, ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਪਤਾ ਨਹੀਂ ਕਿੰਨੇ ਕੀੜੇ ਪਤੰਗੇ ਬਣੇ ਆ, ਇਹ ਮਨੁੱਖਾ ਜਨਮ ਮਿਲਿਆ ਤੇ ਮਿਹਰ ਕਰੀ ਵੀ ਇਹ ਤੇਰੇ ਲੇਖੇ 'ਚ ਲੱਗ ਜਾਏ। ਜਦੋਂ ਆਪਾਂ ਸੇਵਾ ਕਰਦੇ ਝਾੜੂ ਮਾਰਦੇ ਹੋ ਲੇਖੇ 'ਚ ਲੱਗਦਾ ਜੇ, ਜਦੋਂ ਬਾਣੀ ਪੜ੍ਹਦੇ ਲੇਖੇ 'ਚ ਲੱਗਦਾ ਜੇ, ਜਦੋਂ ਭਾਂਡੇ ਮਾਂਜਦੇ ਹੋ ਤਾਂ ਲੇਖੇ 'ਚ ਲੱਗਦਾ ਜੇ। ਭਾਂਡੇ ਮਾਂਜਣ ਤੋਂ ਮੈਨੂੰ ਬਾਬਾ ਦੀਪ ਸਿੰਘ ਦੀ ਸਾਖੀ ਚੇਤੇ ਆ ਜਾਂਦੀ ਹੈ। ਗੱਭਰੂ ਬਾਬਾ ਦੀਪ ਸਿੰਘ 17-18 ਸਾਲ ਦੀ ਉਮਰ, ਕਿਉਂਕਿ ਬਾਬੇ ਦਾ ਜਨਮ ਹੋਇਆ 82 ਵਿੱਚ ਤੇ 99 'ਚ ਆਪਣੇ ਮਾਤਾ ਪਿਤਾ ਨਾਲ ਅੰਮ੍ਰਿਤ ਛਕ ਲਿਆ। ਗੁਰੂ ਕੇ ਲੰਗਰ 'ਚ ਭਾਂਡੇ ਮਾਂਜਦਾ, ਉਦੋਂ ਸਰਬਲੋ ਬੜਾ ਹੁੰਦਾ ਸੀ। ਹੁਣ ਤਾਂ ਆਪਾਂ ਭਾਂਡੇ ਮਾਂਜਣ ਦਾ ਕੰਮ ਹੀ ਮਕਾਕ ਕਤਾ ਵੀ ਲਓ, ਕੱਚ ਦੀਆਂ ਗਲਾਸੀਆਂ ਤੇ ਪਾਣੀ ਫੇਰੋ ਤੇ ਮਾਂਜੋ, ਨਾ ਧੋਣ ਦੀ ਲੋੜ, ਸਿੱਧਾ ਮੁੜ ਕੇ ਕਦੇ ਨੂੰਹ ਫੜ ਲੇ ਤੇ ਕਦੇ ਸਹੁਰਾ ਫੜ ਲੇ ਉਸ ਗਲਾਸੀ ਨੂੰ। ਕੌਣ ਮਾਂਜਦਾ ਹੁਣ? ਜਿਹੜਾ ਮਾਂਜਦਾ ਨਾ ਉਹਨੂੰ ਕਹਿੰਦੇ ਬ੍ਰਾਹਮਣੀਵਾਦ। ਤੇ ਮੈਂ ਕਹਿੰਦਾ ਬ੍ਰਾਹਮਣੀਵਾਦ ਅਸੀਂ ਇਸ ਪਾਸੇ ਨਾ ਜਾਈਏ। ਜਿਹੜਾ ਹੁਣ ਤੂੰ ਹੱਥਾਂ ਨੂੰ ਮਲਦਾ, ਸ਼ਰਾਬ ਮਲ ਕੇ ਹੱਥ ਸੁੱਚੇ ਕਰਦਾ, ਇਹ ਕਿਹੜਾ ਵਾਦ ਹੋਇਆ? ਇੱਕ ਨਵਾਂ ਕੰਮ, ਮੈਨੂੰ ਨਾਂ ਨਹੀਂ ਆਉਂਦਾ, ਤੁਹਾਡੇ ਪੜ੍ਹਿਆ ਲਿਖੇ ਦੀ ਬੋਲੀ, ਤੁਸੀਂ ਉਹ ਕੀ ਮਲਦੇ ਹੱਥਾਂ ਨੂੰ? ਇਹ ਅਲਕੋਹਲ ਹੈ ਤੇ ਅਲਕੋਹਲ ਨੂੰ ਕਹਿੰਦੇ ਸ਼ਰਾਬ। ਭਾਂਡੇ ਮਾਂਜਣਾ ਤਾਂ ਬ੍ਰਾਹਮਣੀਵਾਦ, ਜਦੋਂ ਸ਼ਰਾਬ ਨਾਲ ਹੱਥ ਮਾਂਜਦਾ ਉਦੋਂ ਉਹ ਕਿਹੜਾ ਵਾਦ ਹੋਇਆ? ਅੱਗੇ ਸੁੱਚੇ ਹੋ ਜਾਂਦੇ ਨੇ, ਸ਼ਰਾਬ ਨਾਲ ਸੁੱਚੇ ਤੇ ਮਾਂਜਣ ਨਾਲ ਝੂਠੇ। ਇਹ ਮੈਂ ਲਾ ਕੇ ਨਹੀਂ ਕਹਿ ਰਿਹਾ, ਕੁਦਰਤੀ ਤੌਰ ਤੇ ਸੁਭਾਵਿਕ ਗੱਲ ਆ ਗਈ। ਇਹ ਤਾਂ ਕਿਤੇ ਤੁਸੀਂ ਮੁੜ ਕੇ ਵਿਆਖਿਆ ਨਾ ਕਰਨ ਲੱਗ ਪਿਆ ਜੇ। ਬੇਨਤੀ ਕਰਨੀ ਪਾਤਸ਼ਾਹ, ਇਹ ਕਿਰਪਾ ਕਰ। ਬਾਬਾ ਦੀਪ ਸਿੰਘ ਵਾਲੀ ਗੱਲ ਵਿੱਚ ਰਹਿ ਚੱਲੀ ਸੀ, ਭਾਂਡੇ ਮਾਂਜਣੇ ਬਾਬਾ ਦੀਪ ਸਿੰਘ। ਕਲਗੀਧਰ ਬਾਪੂ ਮਗਰ ਖਲੋਤਾ ਹੈ ਤੇ ਲਾੜ ਨਾਲ ਕਹਿਣ ਲੱਗੇ, ਪੁੱਤਰ ਦੀਪ ਸਿਆਂ ਬੜੇ ਰੀਝ ਨਾਲ ਭਾਂਡੇ ਮਾਂਜਦਾ, ਮੈਂ ਤੇਰੇ ਵੱਲ ਵੇਖ ਰਿਹਾ। ਕਹਿਣ ਲੱਗਾ ਮਹਾਰਾਜ ਮੈਂ ਭਾਂਡਾ ਸੁਖਮਾਂਜ ਕਰਦਾ ਤੇ ਮੈਂ ਤਰੀਕਾ ਰੱਖਿਆ ਵੀ ਜਿਵੇਂ ਜਿਵੇਂ ਭਾਂਡਾ ਮਾਂਜਦਾ ਵੀ ਚਿਹਰਾ ਦੇ ਦੇ, ਚਿਹਰਾ ਦਿਸਣ ਲੱਗੇ ਮੈਂ ਫੇਰ ਛੱਡਦਾ ਜੇ ਬਾਟਾ। ਤੇ ਕਲਗੀਧਰ ਬਾਪੂ ਨੇ ਗੁੱਟ ਤੋਂ ਫੜ ਕੇ ਤੇ ਜੱਫੀ ਪਾ ਕੇ ਮੱਥਾ ਚੁੰਮ ਕੇ ਆਖਿਆ, ਦੀਪ ਸਿਆਂ ਪੁੱਤਰਾ ਜਿਵੇਂ ਤੂੰ ਭਾਂਡੇ ਮਾਂਜ ਕਰਕੇ ਇਹਨਾਂ ਚੋਂ ਆਪਣਾ ਚਿਹਰਾ ਮਾਂਜਦਾ ਨਾ, ਨਾਲ ਜਪਜੀ ਸਾਹਿਬ ਦਾ ਪਾਠ ਵੀ ਕਰਿਆ ਕਰ, ਤੇਰੇ ਚੋਂ ਤੈਨੂੰ ਮੈਂ ਦੱਸਾਂਗਾ। ਬਾਬਾ ਦੀਪ ਸਿੰਘ ਨੇ ਕਿੰਨਾ ਜਪਜੀ ਸਾਹਿਬ ਦਾ ਪਾਠ ਕਰਨਾ। ਜਦੋਂ ਅਸੀਂ ਬਾਬੇ ਦੀਪ ਸਿੰਘ ਨੂੰ ਚੇਤੇ ਕਰਦੇ ਤੇ ਸਾਨੂੰ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਚੇਤੇ ਆਉਂਦਾ ਜੇ ਵੀ ਇਹ ਅੰਮ੍ਰਿਤ ਦੀ ਦਾਤ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰ, ਇਹ ਮਨੁੱਖਾ ਜਨਮ ਲੇਖੇ 'ਚ ਲੱਗ ਜਾਏ। ਕਹਿ ਰਵਿਦਾਸ ਆਸ ਲਗ ਜੀਵੋ। ਬਾਬਾ ਰਵਿਦਾਸ ਜੀ ਕਹਿੰਦੇ ਜਿਹੜਾ ਗੁਰਮੁਖ ਪਿਆਰੇ ਨੇ ਪੜ੍ਹਿਆ ਨਾ, ਚਾਰਨ ਜੀਵੋ, ਇਹਨ 2 ਢੰਗਾਂ ਨਾਲ ਪਾਠੀ ਪਾਠ ਕਰਦੇ ਨੇ। ਇਹਨੂੰ ਕਹਿੰਦੇ ਪਠਾਂਤਰ ਭੇਦ। ਜਿਵੇਂ ਸਵੀਰ ਨੇ ਪੜ੍ਹਿਆ, ਸਾਨੂੰ ਵੀ ਇਸੇ ਤਰ੍ਹਾਂ ਪੜ੍ਹਾਇਆ ਗਿਆ। ਕਹਿ ਰਵਿਦਾਸ ਆਸ ਲਗ ਜੀਵੋ, ਜਿੰਨਾ ਚਿਰ ਜੀਵਨ ਗੁਰਮੁਖੋ ਉਸ ਵਾਹਿਗੁਰੂ ਤੇ ਵਿਸ਼ਵਾਸ ਰੱਖੋ। ਇਹਦਾ ਪਾਠ ਕਿਵੇਂ? ਮੈਂ ਬੇਨਤੀ ਕੀਤੀ, ਪਠਾਂਤਰ ਭੇਦ ਹੈ, ਦੋਵੇਂ ਤਰ੍ਹਾਂ ਪੜ੍ਹਦੇ, ਦੋਵੇਂ ਤਰ੍ਹਾਂ ਹੀ ਠੀਕ ਹੈ। ਦੂਜਾ ਸਾਡੇ ਪੜ੍ਹੇ ਲਿਖੇ ਭਰਾ ਇੱਥੇ ਬਿੰਦੀ ਲਾ ਕੇ ਪਾਠ ਕਰਦੇ ਨੇ, ਕਹਿ ਅਰਦਾਸ ਆਸ ਲਗ ਜੀਵੋ। ਇਹਦਾ ਭਾਵ ਹੈ ਵੀ ਵਾਹਿਗੁਰੂ ਜਿੰਨਾ ਚਿਰ ਮੈਂ ਜਿਉਣਾ ਮੇਰੇ ਤੇ ਕਿਰਪਾ ਕਰੀ ਕਿ ਮੈਂ ਤੇਰੇ ਤੇ ਆਸ ਰੱਖਾਂ, ਉਮੀਦ ਰੱਖਾਂ। ਜਦੋਂ ਬਿੰਦੀ ਲਾ ਕੇ ਪੜ੍ਹਨਾ ਨਾ, ਇਹਦਾ ਅਰਥ ਹੈ ਮੇਰੇ ਤੇ ਕਿਰਪਾ ਕਰੀ, ਮੈਂ ਜਿੰਨਾ ਚਿਰ ਜਿਉਣਾ ਆਸ ਰੱਖਾਂ। ਤੇ ਦੂਸਰਾ ਜਿਹੜਾ ਬਿੰਦੇ ਤੋਂ ਰਹਿ ਤੇ ਇਸ ਵੀਰ ਨੇ ਪੜ੍ਹਿਆ, ਮੈਂ ਬੇਨਤੀ ਕੀਤੀ ਕਿ ਸਾਨੂੰ ਵੀ ਇਸੇ ਤਰ੍ਹਾਂ ਸੰਥਿਆ ਕਰਾਈ ਜਿਵੇਂ ਭਾਈ ਸਾਹਿਬ ਨੇ ਕੀਤੀ ਹੈ। ਕਹਿ ਰਵਿਦਾਸ ਆਸ ਲਗ ਜੀਵੋ, ਇਹ ਸਤਿਗੁਰੂ ਪਾਤਸ਼ਾਹ ਸਾਨੂੰ ਕਹੇ ਨੇ ਵੀ ਗੁਰਮੁਖਾ ਜਿੰਨਾ ਚਿਰ ਤੇਰੇ ਵਿੱਚ ਜੀਵਨ ਹੈ ਨਾ,
ਆਸ ਰੱਖ, ਡਿਜੈਕਟਡ ਨਾ ਹੋ। ਚਿਰ ਪਇਓ ਦਰਸ਼ਨ ਦੇਖੇ, ਬੜਾ ਚਿਰ ਹੋ ਗਿਆ ਤੇਰੇ ਪ੍ਰਤੱਖ ਦਰਸ਼ਨ ਕੀਤਿਆਂ, ਰਹਿਮਤ ਕਰ। ਇਹ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਬਾਬਾ ਰਵਿਦਾਸ ਜੀ ਨੇ ਵਿਸ਼ੇਸ਼ ਤੌਰ ਤੇ ਸਾਨੂੰ ਸਮਝਾਇਆ ਵੀ ਮਿੱਤਰਾ ਡਿਜੈਕਟਡ ਨਾ ਹੋ, ਆਸ ਰੱਖ। ਹੁਣ ਗੁਰਮੁਖੋ ਜਿਹੜੀ ਆਪਾਂ ਕੱਲ ਇੱਕ ਸ਼ਬਦ ਆਰੰਭ ਕੀਤਾ ਸੀ, ਉਹਦੀਆਂ 5 ਪੌੜੀਆਂ ਦੀ ਵਿਚਾਰ ਕੀਤੀ ਸੀ ਕੱਲ। ਬਾਕੀ ਦੇ ਜਿਹੜੇ ਪੌੜੀਆਂ ਨੇ ਉਹ ਆਪਾਂ ਸਰਵਣ ਵੀ ਕਰੀਏ, ਉਹਦੀ ਵਿਚਾਰ ਵੀ ਕਰੀਏ ਜੀ। ਹਾਂਜੀ, ਇੱਕ ਸੇਵਕ ਇੱਕ ਪਰਮ ਭੁਲਾਏ। ਇੱਕ ਜਿਹੜੇ ਗੁਰਮੁਖ ਨੇ ਉਹ ਸੇਵਾ ਵਿੱਚ ਲੱਗ ਗਏ, ਤੇ ਜਿਹੜੇ ਮਨਮੁਖ ਨੇ ਉਹ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ 'ਚ ਭੁੱਲ ਗਏ। ਆਪੇ ਕਰੇ ਹਰ ਆਪ ਕਰਾਏ। ਕਹਿੰਦੇ ਵਾਹਿਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ ਨਾ, ਆਪ ਉਹ ਕਰਦਾ ਹੈ, ਤੇ ਜਿਨ੍ਹਾਂ ਤੇ ਰਹਿਮਤ ਕਰਦਾ ਉਹਨਾਂ ਕੋਲੋਂ ਸ੍ਰੇਸ਼ਟ ਕਰਮ ਕਰਾਉਂਦਾ ਹੈ, ਉਹਨਾਂ ਦੇ ਸੰਸਕਾਰਾਂ ਦੇ ਮੁਤਾਬਕ। ਇੱਕੋ ਵਰਤੈ ਅਵਰ ਨਾ ਕੋਏ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ, ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਤੇ ਉਹਦੇ ਤੋਂ ਬਿਨਾਂ ਦੂਜਾ ਕੋਈ ਹੋਰ ਹੈ ਹੀ ਨਹੀਂ। ਮਨ ਰੋਸ ਕੀਜੈ ਜੇ ਦੂਜਾ ਹੋਏ। ਮੇਰੇ ਮਨਾ ਇਤਰਾਜ ਤਾਂ ਕਰ, ਰੋਸ ਤੋਂ ਭਾਵ ਇਤਰਾਜ ਕਰਨਾ। ਇਹ ਮੇਰੇ ਮਨਾ ਇਤਰਾਜ ਤਾਂ ਕਰ ਜੇ ਕੋਈ ਦੂਜਾ ਪਰਮੇਸ਼ਰ ਹੋਵੇ ਤਾਂ। ਸਤਿਗੁਰ ਸੇਵੇ ਕਰਨੀ ਸਾਰੀ। ਸਾਰਿਆਂ ਤੋਂ ਸ੍ਰੇਸ਼ਟ ਕੰਮ ਕਿਹੜਾ ਹੈ? ਜਿਵੇਂ ਕੋਈ ਬੰਦਾ ਕੰਮ ਕਰਦਾ ਤੇ ਆਪਾਂ ਕਹਿੰਦੇ ਵੀ ਗੁਰਮੁਖਾ ਤੂੰ ਚੰਗੇ ਪਾਸੇ ਲੱਗਾ ਹੈ, ਤੇ ਜੇ ਕੋਈ ਮਾੜੇ ਪਾਸੇ ਲੱਗਾ ਤੇ ਆਪਾਂ ਨੂੰ ਹੋੜਦੇ ਵੀ ਗੁਰਮੁਖਾ ਆਪਾਂ ਨੂੰ ਸੋਭਦਾ ਨਹੀਂ ਭਾਈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸਤਿਗੁਰ ਸੇਵੇ ਕਰਨੀ ਸਾਰੀ। ਸਾਰੀ ਤੋਂ ਭਾਵ ਸ੍ਰੇਸ਼ਟ। ਜਿਹੜਾ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰਨੀ ਹੈ ਭਾਈ, ਇਹ ਸਾਰਿਆਂ ਤੋਂ ਸ੍ਰੇਸ਼ਟ ਕਰਮ ਹੈ। ਦਰ ਸਾਚੈ ਸਾਚੇ ਵਿਚਾਰੀ। ਉਹ ਭਾਈ ਪਰਿਪੂਰਨ ਪ੍ਰਮਾਤਮਾ ਦੇ ਦਰ ਤੇ ਖਲੋ ਕੇ ਉਹ ਸੱਚੇ ਪਰਿਪੂਰਨ ਪ੍ਰਮਾਤਮਾ ਦੀ ਹੀ ਵਿਚਾਰ ਕਰਦੇ ਹਨ। ਥਿਤੀ ਵਾਰ ਸਭ ਸ਼ਬਦ ਸੁਹਾਏ। ਆਪਾਂ ਕਈ ਤਰ੍ਹਾਂ ਦੇ ਚੱਕਰਾਂ 'ਚ ਪਏ ਆਂ ਵੀ ਐਤਕੀ ਸੋਮਵਾਰੀ ਮੱਸਿਆ ਆਈ ਬੜੀ ਚੰਗੀ ਹੈ, ਜ਼ਰੂਰ ਇਸ਼ਨਾਨ ਕਰਨਾ ਹੈ। ਪਤਾ ਨਹੀਂ ਕੀ ਕਾਰਨ ਵੀ ਲੋਕੀ ਸੋਮਵਾਰੀ ਮੱਸਿਆ ਨੂੰ ਬੜੀ ਇੰਪੋਰਟੈਂਸ ਦਿੰਦੇ ਨੇ। ਬੁੱਧਵਾਰ ਮਹੀਨਾ ਚੜਿਆ ਤੇ ਬੜਾ ਚੰਗਾ, ਇਤਿਆਦਿਕ ਕਈ ਤਰ੍ਹਾਂ ਦੇ ਸਾਡੇ ਅੰਦਰ ਸੰਸਕਾਰ ਨੇ। ਲੇਕਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸਾਡੇ ਇਹਨਾਂ ਵਹਿਮਾਂ ਨੂੰ ਦੂਰ ਕੀਤਾ। ਕਹਿੰਦੇ ਥਿਤੀਵਾਰ ਸ਼ਬਦ ਸੁਹਾਏ। ਕਹਿੰਦੇ ਗੁਰਮੁਖਾ ਭਾਵੇਂ ਕੋਈ ਦਿਨ ਹੈ ਕੋਈ ਵਾਰ ਹੈ, ਜਦੋਂ ਤੂੰ ਪਰਿਪੂਰਨ ਪਰਮਾਤਮਾ ਦੀ ਨਾਲ ਜੁੜਿਆ ਨਾ, ਉਹੋ ਹੀ ਚੰਗਾ ਹੈ। ਜਦੋਂ ਚੇਤੇ ਆਉਂਦਾ ਉਹ ਚੰਗਾ ਹੈ। ਥਿਤੀ ਵਾਰ ਤੋਂ ਭਾਵ ਜਿਹੜੀਆਂ ਇਹ ਵੱਖ-ਵੱਖ ਥਿੱਤਾਂ ਹਨ 24, ਇਕਾਦਸ਼ੀ ਦੁਆਦਸ਼ੀ ਵਗੈਰਾ, ਇਹਨੂੰ ਕਹਿੰਦੇ ਥਿੱਤਾਂ ਵਾਰ। ਜਿਵੇਂ ਸੋਮ ਤੋਂ ਲੈ ਕੇ ਐਤਵਾਰ ਤੱਕ ਆਪਾਂ ਗਿਣਤੀ ਕਰਦੇ ਹਾਂ। ਇਹ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਸਾਰੀਆਂ ਥਿੱਤਾਂ ਚੰਗੀਆਂ ਨੇ, ਸਾਰੇ ਵਾਰ ਚੰਗੇ ਨੇ, ਪਰ ਚੰਗੇ ਕਦੋਂ ਨੇ? ਜਦੋਂ ਤੂੰ ਉਸ ਪਰਿਪੂਰਨ ਪਰਮਾਤਮਾ ਦੇ ਉਪਦੇਸ਼ ਨਾਲ ਸੋਭਾ ਦੇਣਾ। ਸ਼ਬਦ ਅਰਥ ਨਾਲ ਪਰਮਾਤਮਾ, ਸ਼ਬਦ ਅਰਥ ਨਾਲ ਉਪਦੇਸ਼। ਸੋ ਇਸ ਪ੍ਰਕਾਰ ਉਸ ਵਾਹਿਗੁਰੂ ਨੂੰ ਚੇਤੇ ਜਦੋਂ ਤੂੰ ਕਰਦਾ, ਉਹ ਦਿਨ ਵੀ ਚੰਗਾ, ਉਹ ਥਿਤ ਵੀ ਚੰਗੀ। ਸਤਿਗੁਰ ਸੇਵੇ ਤਾਂ ਫਲ ਪਾਏ। ਜੇ ਗੁਰਮੁਖਾ ਸੱਚੇ ਗੁਰੂ ਦੀ ਸੇਵਾ ਕਰੇਗਾ ਤੇ ਕੁਝ ਨਾ ਕੁਝ ਮਿਲੇਗਾ। ਆਪਾਂ ਪੜ੍ਹਦੇ ਹਾਂ ਪੰਕਤੀ, ਆਪਾਂ ਸਾਰਿਆਂ ਨੂੰ ਦੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਮਨ ਲਾਏ। ਪਰ ਨਾਲ ਅੱਗੇ ਸਾਨੂੰ ਸੇਧ ਦਿੱਤੀ ਹੈ ਵੀ ਕਿਵੇਂ ਕਰਨੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ। ਜੋ ਮੰਗੇਗਾ ਮਿਲ ਜਾਏਗਾ। ਥੋੜਾ ਜਿਹਾ ਕੰਮ ਤੂੰ ਵੀ ਕਰ, ਹਉਮੈ ਵਿੱਚੋਂ ਜਾਏ। ਇਹ ਨਾ ਆਖੀ ਮੈਂ ਕੀਤਾ ਹੈ। ਮੈਨੂੰ ਪਾਸੇ ਕਰਕੇ ਕਰੇਗਾ ਤੇ ਗੁਰਮੁਖਾ ਜੋ ਤੇਰਾ ਫੁਰਨਾ ਨਾ, ਉਹ ਵਾਹਿਗੁਰੂ ਪੂਰੀਆਂ ਕਰ ਦੇਗਾ, ਤੇਰੀ ਸੇਵਾ ਸਫਲ। ਥਿਤੀ ਵਾਰ ਸਭ ਆਵਹਿ ਜਾਹੇ। ਜਿਹੜਾ ਇਹਨਾਂ ਚੱਕਰਾਂ 'ਚ ਪਿਆ ਵੀ ਮੈਂ ਫਲਾਣੇ ਪੂਰਨਮਾਸ਼ੀ ਵਾਲੇ ਤੇ ਫਲਾਨਾ ਕੰਮ ਕਰਨਾ ਹੈ, ਮੱਸਿਆ ਨੂੰ ਆਹ ਕਰਨਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਸਾਲ 'ਚ 12 ਮੱਸਿਆ ਆਉਂਦੀਆਂ, 12 ਮੱਸਿਆ।
ਕੱਲੇ ਮਹੀਨੇ ਦੇ ਵਿੱਚ ਇੱਕ ਇੱਕ ਵਾਰ 4-4 ਵੇਰਾ ਆਉਂਦਾ, 4-4 ਵੇਰਾ। ਥਿਤੀ ਵਾਰ ਸਭ ਆਵੇ ਜਾਏ। ਅੱਜ ਗੁਰਮੁਖੋ 15 ਅਕਤੂਬਰ 2020 ਹੈ। 15 ਅਕਤੂਬਰ ਤੇ 2020 ਦੁਬਾਰਾ ਨਹੀਂ ਆਉਣਾ। 2120 ਆਵੇਗਾ। 15 ਅਕਤੂਬਰ ਵੀ ਆਵੇਗਾ, 2120 ਵੀ ਆਵੇਗਾ। ਉਦੋਂ ਆਪਾਂ ਨਹੀਂ ਹੋਣਾ। ਜਦੋਂ 1920 ਤੇ 15 ਅਕਤੂਬਰ ਸੀ ਉਦੋਂ ਵੀ ਆਪਾਂ ਨਹੀਂ ਸਾਂ। ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਇਹ ਜਿਹੜੇ ਨੇ ਆਉਣ ਜਾਣ ਵਾਲੇ ਹਨ। ਜਿਹੜਾ ਤੂੰ ਇਹਨਾਂ ਚੱਕਰਾਂ 'ਚ ਪਿਆ ਨਾ ਵੀ ਅੱਜ ਮੱਸਿਆ ਤੇ ਅੱਜ ਪੁੰਨਿਆ, ਇਹ ਹਰ ਸਾਲ ਦੇ ਵਿੱਚ 12-12 ਸੰਗਰਾਂਦਾਂ, 12-12 ਪੁੰਨਿਆ, 12-12 ਮੱਸਿਆ, ਮਹੀਨੇ ਵਿੱਚ ਇੱਕ ਇੱਕ ਵਾਰ 4 ਵੇਰਾ ਆਉਂਦਾ ਹੈ। ਇਹ ਸਾਰੇ ਆਉਣ ਜਾਣ ਵਾਲੇ ਹਨ। ਗੁਰ ਸ਼ਬਦ ਨੇਹ ਚਲ ਸਦਾ ਸੱਚ ਸਮਾਹੇ। ਗੁਰਮੁਖਾ ਕੇਵਲ ਤੇ ਕੇਵਲਾ ਗੁਰੂ ਦਾ ਸ਼ਬਦ ਹੈ ਨਾ, ਇਹ ਬਦਲਣ ਵਾਲਾ ਨਹੀਂ। ਤੇ ਜਿਨ੍ਹਾਂ ਨੇ ਇਹ ਸ਼ਬਦ ਨਾਲ ਆਪਣੀ ਸੁਰਤੀ ਨੂੰ ਜੋੜ ਲਿਆ, ਉਹ ਸਦੀਵੀ ਤੌਰ ਤੇ ਉਸ ਸੱਚ ਪਰਮਾਤਮਾ ਵਿੱਚ ਸਮਾਹੇ ਮਿਲ ਗਏ, ਇੱਕ ਮਿਕ ਹੋ ਗਏ। ਥਿਤੀ ਵਾਰ ਤਾਂ ਜਾਂ ਸੱਚ ਰਾਤੇ। ਫਿਰ ਸਾਡੇ ਵਰਗੇ ਨੇ ਫਿਰ ਸ਼ੰਕਾ ਕੀਤਾ ਵੀ ਮਹਾਰਾਜ ਸੰਗਰਾਂਦ ਨੂੰ ਗੁਰਦੁਆਰੇ ਨਾ ਜਾਇਆ ਕਰੀਏ। ਅਸੀਂ ਤਾਂ ਬਹੁਤਾ ਨਹੀਂ, ਪਰ ਮੱਸਿਆ ਵਾਲੇ ਦਿਨ ਦਾ ਇਸ਼ਨਾਨ ਕਰਦੇ ਉਦੋਂ ਵੀ ਨਾ ਕਰੀਏ। ਸਤਿਗੁਰੂ ਪਾਤਸ਼ਾਹ ਹੱਸ ਪਏ, ਕਹਿੰਦੇ ਥਿਤੀ ਵਾਰ ਤਾਂ ਜਾਂ ਸੱਚ ਰਾਤੇ। ਇਹ ਵਾਰ ਵੀ ਤਾਂ ਚੰਗਾ ਸਫਲਾ ਹੈ, ਇਹ ਥਿਤ ਵੀ ਤਾਂ ਚੰਗੀ ਸਫਲੀ ਹੈ ਜੇ ਤੂੰ ਸੱਚ ਨਾਲ ਜੁੜੇ। ਤਾਂ ਕੱਲ ਮੱਸਿਆ ਤੇ ਆਪਾਂ ਇਹ ਕਹੀਏ ਵੀ ਅੱਜ ਮੱਸਿਆ ਦਾ ਦਿਨ ਹੈ ਤੇ 2 ਘੰਟੇ ਕੀਰਤਨ ਸੁਣਨਾ ਤੇ ਬਿਲਕੁਲ ਦਰੁਸਤ। ਤੇ ਜੇ ਆਪਾਂ ਕਹੀਏ ਵੀ ਸਵੇਰ ਦੇ ਪਕੌੜੇ ਨਿਕਲੇ ਕਿਤੇ ਠੰਡੇ ਨਾ ਹੋ ਜਾਣ ਤੇ ਪਹਿਲਾਂ ਲੰਗਰ ਵਾਲੇ ਪਾਸੇ ਚੱਲੀਏ ਤੇ ਗੁਰਮੁਖੂ ਮੱਸਿਆ ਗਈ ਆਈ। ਭਾਵ ਉਪਰਾਲਾ ਕਰੀਏ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਆਪਣੇ ਮਨ ਨੂੰ ਰੰਗਣ ਦਾ। ਜਦੋਂ ਚੇਤੇ ਕਰਾਂਗੇ ਉਹ ਦਿਨ ਚੰਗਾ, ਜਦੋਂ ਭੁੱਲ ਗਿਆ ਉਹ ਦਿਨ ਕੋਈ ਵੀ ਹੋਵੇ ਉਹ ਚੰਗਾ ਨਹੀਂ। ਆਖਾਂ ਜੀਵਾਂ ਵਿਸਰੇ ਮਰ ਜਾਓ, ਜੇ ਮੈਂ ਕਹਿਣਾ ਤੇ ਜਿਉਣਾ, ਜੇ ਭੁੱਲ ਗਿਆ ਤੇ ਮੇਰੀ ਮੌਤ। ਕਿਰਪਾ ਕਰਦੇ ਹਨ। ਬਿਨ ਨਾਵੈ ਸਭ ਪਰਮਹਿ ਕਾਚੇ। ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜੇ ਇਹ ਮਨੁੱਖ ਨੇ, ਕੱਚੇ ਮਨੁੱਖ, ਉਹ ਭਰਮਾਂ ਵਿੱਚ ਪੈ ਕਰਕੇ ਭੜਕੀ ਜਾਂਦੇ ਹਨ। ਬਿਨ ਨਾਵੈ ਸਭ ਭਰਮਹਿ ਕਾਚੇ। ਜਿਹੜੇ ਕੱਚੇ ਮਨੁੱਖ ਨੇ, ਕੱਚੀ ਸੋਚ ਵਾਲੇ ਨੇ, ਨਾਮ ਤੋਂ ਬਿਨਾਂ ਵਹਿਮਾਂ ਵਿੱਚ ਪਈ ਜਾਂਦੇ ਨੇ। ਭਰਮ ਦੀ ਵਿਆਖਿਆ ਬਹੁਤ ਸੰਖੇਪ ਗੁਰਦੇਵ ਨੇ ਕੀਤੀ, 1 ਸੈਕਿੰਡ 'ਚ। ਕਿਆ ਕਹੀਏ ਭਰਮ ਐਸਾ, ਭਰਮ ਕੀ ਹੈ? ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦੀ ਵਿਆਖਿਆ ਕਹਿੰਦੇ ਆਪਾਂ ਜੋ ਮੰਨਦੇ ਹਾਂ ਨਾ ਉਹ ਅਸਲ ਵਿੱਚ ਨਾ ਆਵੇ, ਉਹਨੂੰ ਕਹਿੰਦੇ ਭਰਮ। ਆਪਾਂ ਨੂੰ ਇੱਕ ਬਹੁਤ ਵੱਡਾ ਭਰਮ ਹੈ ਸਾਰਿਆਂ ਨੂੰ, ਮੈਂ ਨਾ ਮਰੋ ਮਰਬੋ ਸੰਸਾਰਾ। ਦੂਜਿਆਂ ਦੀ ਮੌਤ ਆਪਾਂ ਕਹਿੰਦੇ ਵੀ ਫਲਾਨਾ ਚੰਗਾ ਭਲਾ ਸੀ, ਵੇਖੋ ਗੱਭਰੂ ਤੁਰ ਗਿਆ। ਪਰ ਕਦੇ ਖਿਆਲ ਕੀਤਾ ਵੀ ਮੇਰੀ ਵੀ ਆਏਗੀ। ਮਰਨਾ ਆਪਾਂ ਸਾਰਿਆਂ ਨੇ। ਆਪਾਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਵੀ, ਬਾਪ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਂ ਸਾਨੂੰ ਵਾਰ-ਵਾਰ ਸਮਝਾਉਂਦੇ, ਪਰ ਸਾਡਾ ਮਨ ਪੱਥਰ ਵਰਗਾ ਸਮਝਦਾ ਹੀ ਨਹੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਹਿੰਦਾ ਮੈਂ ਮਰਨਾ ਨਹੀਂ, ਉਹ ਭਲਿਆ ਲੋਕਾਂ ਦੀ ਗੱਲ ਛੱਡ ਤੇ ਆਪਣੇ ਘਰ ਹੀ ਝਾਤੀ ਮਾਰ ਫਰੀਦਾ, ਕਿੱਥੇ ਤੈੜੇ ਮਾਪਿਆ ਜਿਨੀ ਤੂੰ ਜਣਿਓ ਏ, ਤੈਂ ਪਾਸੋਂ ਉਹ ਲੱਦ ਕੇ ਤੂੰ ਅਜੇ ਨਾ ਪਤੀਣਿਓ ਏ। ਬਾਬਾ ਫਰੀਦ ਜੀ ਕਹਿੰਦੇ ਬਾਕੀ ਦੀਆਂ ਗੱਲਾਂ ਤਾਂ ਛੱਡ, ਤੂੰ ਘੱਟ ਤੋਂ ਘੱਟ ਆਪਣੇ ਘਰ ਵੱਲ ਵੇਖ, ਤੇਰੀ ਮਾਂ ਕਿੱਥੇ ਗਈ, ਤੇਰਾ ਬਾਪ ਕਿੱਥੇ ਗਿਆ। ਫਰੀਦਾ ਕਿੱਥੇ ਤੈੜੇ ਮਾਪਿਆ ਜਿਨੀ ਤੂੰ ਜਣਿਓ ਏ, ਤੈ ਪਾਸੋਂ ਲੱਦ ਕੇ ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣਿਓ, ਤੈਨੂੰ ਅਜੇ ਤੱਕ ਯਕੀਨ ਨਹੀਂ ਲਿਆ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਜਿਹਨੇ ਕੱਚੇ ਜੀਵ ਨੇ ਨਾ, ਇਹ ਭਰਮ ਭੁਲੇਖਿਆਂ 'ਚ ਪਏ ਹਨ। ਮਨ ਮੁਖ ਮਰੈ ਮਰ ਬਿਗਤੀ ਜਾਹੇ। ਇਹਦਾ ਚਾਰਨ ਕਰਨਾ ਮਨ ਮੁਖ ਮਰੇ ਬਿਗਤੀ ਜਾਏ। ਬੱਬਾ ਡੈਸ਼ ਤੇ ਗਤੀ, ਇਹਦਾ ਚਾਰਨ ਇਸ ਤਰ੍ਹਾਂ ਪੜ੍ਹਾਇਆ ਜਾਂਦਾ। ਇਹਨੂੰ ਕਹਿੰਦੇ ਸੰਬੰਧਕ ਪਾਠ, ਜਿਹਨੂੰ ਆਪਾਂ ਆਮ ਕਹਿੰਦੇ ਫਲਾਣੇ ਨੂੰ ਸੱਪ ਲੜ ਗਿਆ, ਬਗਤਾ ਮਰ ਗਿਆ।
ਕੋਠੇ ਤੋਂ ਡਿੱਗ ਪਿਆ, ਬਗਤਾ ਮਰ ਗਿਆ, ਜਿਹਨੂੰ ਆਮ ਬੋਲੀ 'ਚ ਆਪਾਂ ਕਹਿੰਦੇ ਅਣਿਆਈ ਮੌਤ। ਆਮ ਬੋਲੀ ਜਿਹੜੇ ਮਨ ਦੇ ਮਗਰ ਲੱਗੇ ਹੋਏ ਜੀਵ ਨੇ ਨਾ, ਉਹ ਅਣਿਆਈ ਮੌਤ ਮਰ ਗਏ। ਏਕ ਨਾ ਚੇਤ ਹੈ ਦੂਜਾ ਲੁਭਾਏ। ਪਾਤਸ਼ਾਹ ਬੜੀ ਕਰੜੀ ਗੱਲ ਕਹੀ ਜੇ, ਕਹਿੰਦੇ ਭਾਈ ਇੱਕ ਨਹੀਂ, ਇਹ ਤਾਂ ਲਫ਼ਜ਼ ਕਿਹਾ ਹੈ, ਇੱਕ ਨੂੰ ਚੇਤੇ ਨਹੀਂ ਕੀਤਾ, ਦੂਜੇ ਪਾਸੇ ਦਾ ਲੋਭ ਵੀ ਆਹ ਮਿਲ ਜੇ ਤੇ ਆਹ ਮੁੜ ਜਾਏ। ਅਚੇਤ ਪਿੰਡੀ ਅਗਿਆਨ ਅੰਧਾਰ। ਜਿਹੜਾ ਇਹਦਾ ਸਰੀਰ ਹੈ ਨਾ, ਇਹ ਅਚੇਤ ਹੈ, ਇਹਨੂੰ ਚੇਤੇ ਨਹੀਂ ਆਇਆ। ਪਿੰਡੀ ਤੋਂ ਭਾਵ ਸੂਖਮ ਦੇਹ, ਪਿੰਡ ਕਹਿੰਦੇ ਸੂਖਮ ਦੇਹ ਨੂੰ, ਤੇ ਇੱਥੇ ਅਚੇਤ ਤੋਂ ਭਾਵ ਜਿਹੜੀ ਆ ਸਾਡੀ ਉੱਪਰਲੀ ਦੇਹ, ਇਹ ਜੜ ਹੈ, ਜਿਹੜੀ ਅੰਦਰ ਸਾਡੇ ਕਿਰਿਆ ਕਰਦੀ, ਉਹਨੂੰ ਕਹਿੰਦੇ ਸੂਖਮ। ਤਿੰਨ ਦੇਹਾਂ ਨੇ, ਕਾਰਨ, ਸੂਖਮ ਤੇ ਸਤੂਲ। ਇੱਥੇ ਜਿਹੜੀ ਸੂਖਮ ਦੇ ਉਹਦੇ ਬਾਰੇ ਕਹਿੰਦੇ ਨੇ, ਜਿਹੜੀ ਸੂਖਮ ਦੇਹ ਹੈ ਨਾ, ਇਹ ਅਗਿਆਨ ਦੇ ਵਿੱਚ ਹਨੇਰੇ 'ਚ ਪਈ ਹੋਣ ਕਰਕੇ ਇਹਨੂੰ ਚੇਤੇ ਨਹੀਂ। ਬਿਨ ਸ਼ਬਦ ਕਿਉਂ ਪਾਏ ਪਾਰ। ਔਰ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਸੰਸਾਰ ਤੋਂ ਕਿਵੇਂ ਬੰਨੇ ਲੱਗ ਜਾਏਗਾ, ਕਿਵੇਂ ਬੰਨੇ ਲੱਗ ਜਾਵੇਂਗੀ। ਆਪ ਉਪਾਏ ਉਪਾਵਨ ਹਾਰ। ਭਾਈ ਪੈਦਾ ਕਰਨ ਵਾਲੇ ਵਾਹਿਗੁਰੂ ਨੇ ਸਾਨੂੰ ਆਪ ਹੀ ਖੁਦ ਪੈਦਾ ਕੀਤਾ। ਆਪੇ ਕੀ ਧੋਨ ਗੁਰ ਵਿਚਾਰ। ਜਿਨ੍ਹਾਂ ਤੇ ਉਹਨੇ ਕੀਤੀ ਕਿਰਪਾ, ਉਹਨਾਂ ਨੇ ਗੁਰੂ ਦੀ ਵਿਚਾਰ ਨੂੰ ਪੱਲੇ ਬੰਨ ਲਿਆ। ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਉਹਦੀ ਵਿਚਾਰ ਕਰਦੇ ਹਨ, ਅਥਵਾ ਉਹਨਾਂ ਨੂੰ ਗੁਰੂ ਦੇ ਵਿਚਾਰ ਦਾ ਢੰਗ ਆ ਗਿਆ। ਗੁਰਨਾਮ ਢੰਗ ਦਾ ਵੀ ਹੈ। ਬਹੁਤੇ ਭੇਖ ਕਰਹਿ ਭੇਖ ਧਾਰੀ। ਕਈਆਂ ਦਾ ਸੁਭਾਅ ਹੁੰਦਾ ਵੀ ਲਿਬਾਸਾਂ ਵਿੱਚ ਉਲਝੇ ਰਹਿਣਾ, ਕਦੇ ਇਸ ਤਰ੍ਹਾਂ ਦੇ ਕੱਪੜੇ ਪਾ ਲਏ, ਕਦੇ ਉਸ ਤਰ੍ਹਾਂ ਦੇ, ਉਹਨੂੰ ਕਹਿੰਦੇ ਭੇਖ ਧਾਰੀ। ਫਿਰ ਇਹ ਪਾਤਸ਼ਾਹ ਕਹਿੰਦੇ ਭੇਖਾਂ ਨੂੰ ਧਾਰਨ ਵਾਲੇ ਨੇ, ਉਹ ਕਈ ਤਰ੍ਹਾਂ ਦੇ ਲਿਬਾਸ ਪਾਉਂਦੇ ਹਨ। ਭਵ ਭਵ ਭਰਮ ਹੈ ਕਾਚੀ ਸਾਰੀ। ਇਸ ਪ੍ਰਕਾਰ ਇਹ ਕੱਪੜੇ ਬਦਲਣ ਦੇ ਵਿੱਚ ਹੀ ਭਰਮ ਕੇ ਉਹ ਚਲੇ ਗਏ। ਇਉਂ ਜਿਹੜੀ ਜ਼ਿੰਦਗੀ ਹੈ ਨਾ ਸ੍ਰੇਸ਼ਟ, ਇਹਨੂੰ ਕੱਚੇ ਕੰਮਾਂ ਚ ਲਾ ਕੇ ਗਵਾ ਲਿਆ। ਐਥੈ ਸੁਖ ਨਾ ਆਗੈ ਹੋਏ। ਇਹੋ ਜਿਹੇ ਮਨੁੱਖਾਂ ਨੂੰ ਜਿਹੜੇ ਕੇਵਲ ਤੇ ਕੇਵਲ ਪਰਾਵੇ ਤੱਕ ਸੀਮਤ ਨੇ, ਨਾ ਇੱਥੇ ਸੁੱਖ ਹੈ। ਉਹਦੇ ਕੱਪੜੇ ਮੇਰੇ ਨਾਲ ਚੰਗੇ ਸਨ, ਮੇਰੇ ਮਾੜੇ। ਉਹਦੇ ਪ੍ਰੈਸ ਹੋਏ ਸਨ, ਮੇਰੇ ਨੂੰ ਵੱਢ ਪਿਆ ਸੀ, ਮੈਨੂੰ ਚੰਗੇ ਨਹੀਂ ਸੀ ਲੱਗਦੇ। ਇਸੇ ਗੱਲ ਤੇ ਕਲਪਨਾ ਕਰੀ ਜਾਂਦੇ ਆ। ਕਹਿੰਦੇ ਨਾ ਇੱਥੇ ਸੁੱਖ ਤੇ ਨਾ ਉਹਨਾਂ ਨੂੰ ਅੱਗੇ ਸੁੱਖ। ਮਨ ਮੁਖ ਮੂਏ ਆਪਣਾ ਜਨਮ ਖੋਏ। ਇਸ ਪ੍ਰਕਾਰ ਆਪਣੇ ਮਨ ਦੇ ਮਗਰ ਲੱਗ ਕੇ ਉਹ ਲੁੱਟੇ ਗਏ, ਮਾਰੇ ਗਏ, ਆਪਣੇ ਜਨਮ ਨੂੰ ਬਰਬਾਦ ਕਰ ਲਿਆ। ਸਤਿਗੁਰ ਸੇਵੇ ਭਰਮ ਚੁਕਾਏ। ਆਖਰਕਾਰ ਇਹ ਭਰਮ ਕਿਵੇਂ ਦੂਰ ਹੋਵੇ? ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਗੁਰਮੁਖਾ ਸੱਚੇ ਗੁਰੂ ਦੀ ਸੇਵਾ ਕਰ। ਘਰ ਹੀ ਅੰਦਰ ਸੱਚ ਮਹਿਲ ਪਾਏ। ਫੇਰ ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ। ਤੇਰੇ ਸਰੀਰ ਰੂਪੀ ਘਰ ਵਿੱਚ, ਤੇਰੇ ਅੰਤਸ਼ਕਰ ਰੂਪੀ ਦੇ ਵਿੱਚ, ਜਿਹੜਾ ਅੰਤਸ਼ਕਰਨ ਹੈ ਨਾ, ਇਹਦੇ ਵਿੱਚ ਤੂੰ ਉਸ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਵੇਂਗਾ। ਤੂੰ ਸੱਚੇ ਮਹਿਲ ਨੂੰ ਪ੍ਰਾਪਤ ਕਰ ਲਵੇਂਗਾ। ਆਪੇ ਪੂਰਾ ਕਰੇ ਸੋ ਹੋਏ। ਗੁਰਮੁਖਾ ਤੇਰੇ ਕੀਤਿਆਂ ਕੁਝ ਨਹੀਂ ਹੋਣਾ। ਆਪੇ ਪੂਰਾ, ਉਹ ਵਾਹਿਗੁਰੂ ਮੁਕੰਮਲ ਹੈ, ਔਰ ਜੋ ਕਰਨਾ ਚਾਹੁੰਦਾ ਉਹ ਹੋਵੇਗਾ, ਹੁੰਦਾ ਹੈ। ਇਹ ਥਿੱਤੀ ਵਾਰ ਦੂਜਾ ਦੋਏ। ਜਿਹੜਾ ਵਾਰ ਵਾਰ ਇਹਨਾਂ ਥਿੱਤਾਂ ਤੇ ਵਾਰਾਂ ਦੇ ਚੱਕਰ 'ਚ ਪਿਆ, ਇਹ ਭਾਈ ਦੁਆਇਤ ਭਾਵ ਹੈ। ਇਹਨਾਂ ਵਹਿਮਾਂ ਭਰਮਾਂ 'ਚ ਨਾ ਪੈ। ਸਤਿਗੁਰ ਬਾਝੋਂ ਅੰਧ ਗੁਬਾਰ। ਅਸਲੀ ਸਾਚੇ ਵੀ ਸੱਚੇ ਗੁਰੂ ਤੋਂ ਬਿਨਾ, ਗੁਬਾਰ ਤੋਂ ਭਾਵ ਅੰਧ ਦਾ ਭਾਵ ਹੈ ਗਾੜਾ, ਤੇ ਗੁਬਾਰ ਦਾ ਭਾਵ ਹਨੇਰਾ, ਗਾੜਾ ਹਨੇਰਾ। ਉਹ ਸੱਚੇ ਗੁਰੂ ਤੋਂ ਬਿਨਾ ਮਨੁੱਖ ਦੇ ਅੰਦਰ ਗਾੜਾ ਹਨੇਰਾ ਹੀ ਹਨੇਰਾ ਹੈ। ਇਹ ਆਪਣੇ ਆਪ ਨੂੰ ਨਹੀਂ ਲੱਭ ਸਕਦਾ, ਇੰਨਾ ਹਨੇਰਾ ਹੋਣ ਕਰਕੇ। ਥਿੱਤੀ ਵਾਰ ਸੇਵਹਿ ਮੁਗਧ ਗਵਾਰ। ਮੁਗਧ ਦਾ ਭਾਵ ਹੁੰਦਾ, ਜਿਵੇਂ ਆਪਾਂ ਕਹਿੰਦੇ ਕਿ ਫਲਾਣੇ ਤੇ ਅਸਰ ਹੀ ਨਹੀਂ ਹੁੰਦਾ। ਜਿਵੇਂ ਸਾਡੀ ਆਮ ਬੋਲੀ ਇਹ ਘੜੀ ਵਾਟਰ ਪ੍ਰੂਫ ਹੈ ਭਾਈ ਸਾਹਿਬ, ਇਹਨੂੰ ਭਾਵੇਂ ਪਾਣੀ ਵਿੱਚ ਸੁੱਟ ਦਈਏ ਨਾ ਤੇ ਅਸਰ ਨਹੀਂ ਹੁੰਦਾ, ਪਾਣੀ 'ਚ ਖਲੋਂਦੀ ਨਹੀਂ। ਕਈਆਂ ਘੜੀਆਂ ਤੇ ਲਿਖਿਆ ਸ਼ੌਕ ਪ੍ਰੂਫ, ਉਹਦਾ ਭਾਵ ਹੁੰਦਾ ਵੀ ਝਟਕਾ ਲੱਗ ਜਾਏ ਨਾ ਤੇ ਖਲੋਂਦੀ ਨਹੀਂ। ਇਸੇ ਪ੍ਰਕਾਰ ਮੁਗਧ ਅਰਥ ਹੈ ਨਾ ਮੂਰਖ। ਮੁਗਧ ਦਾ ਭਾਵ ਹੁੰਦਾ ਵੀ ਜਿਹਦੇ ਤੇ ਜਿੰਨਾ ਮਰਜ਼ੀ ਟੱਕਰਾਂ ਮਾਰ ਲਓ, ਸਿੱਖਿਆ ਦਾ ਅਸਰ ਨਾ ਹੋਵੇ। ਸਿੱਖਿਆ ਪ੍ਰੂਫ ਕਹਿ ਸਕਦੇ ਦੇਸੀ ਬੋਲੀ 'ਚ, ਸਿੱਖਿਆ ਪ੍ਰੂਫ। ਮੈਂ ਉਹ ਲਫ਼ਜ਼ ਜਿੱਥੇ ਫੱਬਦੇ ਨਹੀਂ ਤਾਬਿਆਂ 'ਚ ਕਹਿਣੇ ਵੀ ਅਸਰ ਨਾ ਹੋਵੇ ਕਿਸੇ ਗੱਲ ਦਾ, ਉਹਨੂੰ ਕਹਿੰਦੇ ਮੁਗਧ।
ਮੇਰੇ ਪਾਤਸ਼ਾਹ ਕਹਿੰਦੇ ਥਿੱਤੀ ਵਾਰ ਸੇਵੇ ਮੁਗਧ ਗਵਾਰ ਇਹ ਬਸਮਝ। ਜਿਸ ਗੱਲ ਤੋਂ ਗੁਰੂ ਨੇ ਰੋਕਿਆ ਵੀ ਗੁਰਮੁਖ ਹੈ ਨਾ ਦਿਨਾਂ ਦੇ ਚੱਕਰ 'ਚ ਨਾ ਪਏ ਵੀ ਆ ਫਲਾਨੀ ਦਿਨ ਦੀ ਮੱਸਿਆ ਫਲਾਨੀ ਸੰਗਰਾਦ ਹੈ, ਇਹ ਉਹ ਲੋਕ ਨੇ ਜਿਨ੍ਹਾਂ ਤੇ ਸਿੱਖਿਆ ਦਾ ਅਸਰ ਨਹੀਂ। ਨਾਨਕ ਗੁਰਮੁਖ ਬੂਝੈ ਸੋਜੀ ਕਹਿੰਦੇ ਪਾਏ। ਜੇ ਕਿਤੇ ਵਾਹਿਗੁਰੂ ਕਰੇ ਕਿਰਪਾ ਤੇ ਇਹਦਾ ਮੂੰਹ ਗੁਰੂ ਵਾਲੇ ਪਾਸੇ ਵੱਲ ਹੋ ਜਾਏ, ਇਹ ਗੁਰਮੁਖ ਬਣ ਜਾਏ, ਤਾਂ ਇਸ ਗੱਲ ਦੀ ਸੋਝੀ ਗਿਆਤ ਮਿਲ ਜਾਵੇਗੀ। ਇਕਤ ਨਾਮ ਸਦਾ ਰਹਿਆ ਸਮਾਏ। ਜਿਹੜਾ ਭਾਈ ਪਰਿਪੂਰਨ ਪ੍ਰਮਾਤਮਾ, ਇਹਦਾ ਅਰਥ ਹੈ ਨਾਮੀ ਦੀ ਭੇਦਤਾ। ਇੱਕ ਨਾਮ ਦਾ ਅਰਥ ਹੈ ਪਰਮੇਸ਼ਰ, ਇੱਕ ਨਾਮ ਦਾ ਅਰਥ ਉਹਦੀ ਸਿੱਖਿਆ, ਇੱਕ ਨਾਮ ਦਾ ਅਰਥ ਉਹਦੀ ਵਡਿਆਈ। ਉਹ ਜਿਹੜਾ ਨਾਮੀ ਪਰਮਾਤਮਾ ਨਾ ਉਹ ਸੀ ਹੈ, ਔਰ ਉਹਦੇ ਨਾਲ ਜੋੜ ਉਹ ਗੁਰਮੁਖਾ ਹਰ ਥਾਂ ਤੇ ਵਿਆਪਕ ਹੈ, ਸਦੀਵੀ ਹੈ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ। ਕਹਿੰਦੇ ਭਾਈ ਜਿਹੜਾ ਸਦੀਵੀ ਹੈ, ਜਿਹੜਾ ਸੱਚ ਹੈ, ਕੇਵਲ ਤੇ ਕੇਵਲ ਉਹਦੇ ਨਾਲ ਜੁੜ ਤਾਂ ਕਿ ਤੇਰਾ ਇਹ ਮਨੁੱਖਾ ਜਨਮ ਸਫਲਾ ਹੋ ਜਾਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ। ਗੁਰੂ ਕੀ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਨਾਨਕ ਗੁਰਮੁਖ ਬੂਝੈ ਸੋਜੀ ਪਾਏ। ਇਕਤ ਨਾਮ ਸਦਾ ਰਹਿਆ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।